ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਕਾਨੂੰਨ ਅਨੁਸਾਰ ਬਲਕਿ ਸੰਵਿਧਾਨ ਅਨੁਸਾਰ ਜੂਨ ਦੇ ਮਹੀਨੇ ਪੰਜਾਬ ਦੇ ਹਰ ਪਿੰਡ ਵਿੱਚ ਗ੍ਰਾਮ ਸਭਾ ਦੀ ਲਾਜ਼ਮੀ ਮੀਟਿੰਗ ਹੋਣੀ ਜ਼ਰੂਰੀ ਹੁੰਦੀ ਹੈ। ਪੰਜਾਬ ਦੇ 13,329 ਪੰਚਾਇਤਾਂ ਹਨ ਤੇ ਇਸ ਵਾਰੀ ਪੰਜਾਬ ਸਰਕਾਰ ਨੇ ਪੰਜਾਬ ਦੇ ਨਵੇਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਖਾਸ ਤੌਰ ਉੱਤੇ ਸਿੱਧੇ ਸਪਸ਼ਟ ਤੇ ਸਖਤ ਨਿਰਦੇਸ਼ ਵੀ ਦਿੱਤੇ ਸਨ ਕਿ 12 ਜੂਨ ਤੋਂ ਲੈ ਕੇ 26 ਜੂਨ ਤੱਕ ਹਰ ਪਿੰਡ ਵਿੱਚ ਗ੍ਰਾਮ ਸਭਾ ਦੀ ਮੀਟਿੰਗ ਲਾਜ਼ਮੀ ਕੀਤੀ ਜਾਵੇ। ਇਹਦੇ ਸੰਦਰਭ ਵਿੱਚ ਉਹਨਾਂ ਨੇ ਹਜ਼ਾਰਾਂ ਸਰਪੰਚਾਂ ਦੀਆਂ ਵੱਖ-ਵੱਖ ਸ਼ਹਿਰਾਂ ਵਿੱਚ ਮੀਟਿੰਗਾਂ ਵੀ ਬੁਲਾਈਆਂ, ਵਿਚਾਰ ਵਟਾਂਦਰਾ ਕੀਤਾ। ਦੇਖਣ ਨੂੰ ਇਹ ਬੜਾ ਚੰਗਾ ਉਦਮ ਸੀ। ਸਿਆਣੇ ਲੋਕ, ਪੰਚਾਇਤੀ ਰਾਜ ਦੇ ਮਾਹਿਰ ਤੇ ਮੇਰੇ ਨਾਲ ਅੱਜ ਦੀ ਚਰਚਾ ਵਿੱਚ ਹਾਜ਼ਰ ਵਿਦਵਾਨ ਗ੍ਰਾਮ ਸਭਾ ਨੂੰ ਪਿੰਡ ਦੀ ਪਾਰਲੀਮੈਂਟ ਦੱਸਦੇ ਹਨ। ਜੇ 12 ਤੋਂ 26 ਜੂਨ ਤੱਕ मतलब 12 दिन लगातार ग्राम पंचायतों ਦੀਆਂ ਮੀਟਿੰਗਾਂ ਹੋਈਆਂ ਹੋਣਗੀਆਂ ਤਾਂ ਇਹਦਾ ਮਤਲਬ ਹੈ ਕਿ ਹਰ ਰੋਜ਼ ਪੰਜਾਬ ਵਿੱਚ 1000 ਮਿੰਨੀ ਪਾਰਲੀਮੈਂਟਰੀ ਇਜਲਾਸ ਹੋਏ ਸਨ ਪਿਛਲੇ ਮਹੀਨੇ। ਜਿੱਥੇ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹੋਣ, ਜਿਸ ਖਿੱਤੇ ਨੇ ਸਾਲ ਲੰਮਾ ਕਿਸਾਨੀ ਅੰਦੋਲਨ ਵੇਖਿਆ ਹੋਵੇ, ਜਿਸ ਸੂਬੇ ਵਿੱਚ ਵੱਡੀ ਰਾਜਸੀ ਉਥਲ-ਪੁਥਲ ਹੋਈ ਹੋਵੇ, ਰਵਾਇਤੀ ਸਿਆਸੀ ਪਾਰਟੀਆਂ ਦੀ ਜ਼ਮੀਨ ਸੁੰਗੜੀ ਹੋਵੇ, ਜਿੱਥੇ ਖੇਤੀਬਾੜੀ ਵਿੱਚ ਖੜੋਤ ਦੇ ਚਰਚੇ ਚਾਰੇ ਪਾਸੇ ਹੋਣ, ਉਸ ਖਿੱਤੇ ਵਿੱਚ 1000 ਪਾਰਲੀਮੈਂਟਰੀ ਇਜਲਾਸ ਰੋਜ਼ ਹੋਏ ਹੋਵਣ ਤੇ ਤੁਹਾਡੇ ਕੰਨੀ ਭਿਣਕ ਵੀ ਨਾ ਪਈ ਹੋਵੇ, ਅਖਬਾਰਾਂ ਦੇ ਸਫ਼ਿਆਂ ਦੇ ਸਫ਼ੇ ਨਾ ਭਰ ਗਏ ਹੋਣ, ਸਿਆਸਤਦਾਨਾਂ ਦੇ ਮੱਥੇ ਤੇ ਗ੍ਰਾਮ ਸਭਾ ਦੀਆਂ ਕਾਰਵਾਈਆਂ ਵੇਖ ਕੇ ਤਰੇਲੀਆਂ ਨਾ ਆ ਗਈਆਂ ਹੋਣ ਅਤੇ ਇਸ ਮਸਲੇ ਉੱਤੇ ਟੀਵੀ ਡਿਬੇਟਾਂ ਦਾ ਕੋਈ ਹੜ ਨਾ ਆ ਗਿਆ ਹੋਵੇ, ਇਹ ਕਿਹੜੀ ਅਨਹੋਣੀ ਗੱਲ ਆ। ਤੁਸੀਂ दिन रात सियासी बहसां विच मसरूफ हो। संगरूर दी इलैक्शन ने पंजाब दी सियासत किन्नी बदली, जां भगवंत मान सरकार दा पलेठा बजट किन्ना चंगा जां माड़ा रहा, सब कासे उत्ते विचार चर्चा करते रहे हो। पर जिथे पंजाब ने अपने आप बारे चर्चा करनी सी, 13,000 पेंडू पार्लीमेंटरी इजलासां विच उत्थों की खबर है। आओ इस बारे गल कर लईए। अज साडे नाल जुड़ रहे ने सरदार हमीर सिंह जी, बहुत ही सीनियर पत्रकार ने ਤੇ ਜਿੱਥੋਂ ਤੱਕ ਮੇਰੀ ਅਕਲ ਦਾ ਸੀਮਤ ਜਾਂ ਦਾਇਰਾ ਹੈ, ਪੰਜਾਬ ਦੇ ਵਿੱਚ ਗ੍ਰਾਮ ਸਭਾ ਬਾਰੇ, ਮਨਰੇਗਾ ਬਾਰੇ, ਪੰਚਾਇਤੀ ਰਾਜ ਸਿਸਟਮ ਬਾਰੇ ਜੇ ਇਹਨਾਂ ਤੋਂ ਕੋਈ ਵੱਡਾ ਐਕਸਪਰਟ ਹੈ ਤਾਂ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੈ, ਇਸ ਲਈ ਮੈਂ ਇਹਨਾਂ ਨੂੰ ਸੱਦਿਆ। ਸਾਡੇ ਨਾਲ ਜੁੜ ਰਹੇ ਨੇ ਪ੍ਰਭਪ੍ਰੀਤ ਸਿੰਘ ਜੀ। ਪ੍ਰਭਪ੍ਰੀਤ ਸਿੰਘ ਜੀ ਡਾਕਟੋਰਲ ਲੈਵਲ ਤੇ ਰਿਸਰਚ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਦਲਿਤਾਂ ਦੀ ਰਿਪਰੈਜ਼ੈਂਟੇਸ਼ਨ ਦੇ ਮੁੱਦੇ ਕਿਸ ਤਰ੍ਹਾਂ ਦੇ ਨੇ, ਸਮਾਜ ਦੇ ਨਾਲ ਉਹਨਾਂ ਦੀ ਇੰਟਰਸੈਕਸ਼ਨ ਕਿਸ ਤਰ੍ਹਾਂ ਹੁੰਦੀ ਹੈ। ਇਹਨਾਂ ਦਾ ਐਮਫਿਲ ਦਾ ਜਿਹੜਾ ਕੰਮ ਹੈ ਉਹ ਪੰਜਾਬ ਦੇ ਵਿੱਚ ਦਲਿਤ ਅਸਰਸ਼ਨ ਦੇ ਉੱਤੇ ਸੀ। ਦਲਿਤਾਂ ਵੱਲੋਂ ਜਿਹੜਾ ਆਪਣੀ ਹਸਤੀ ਦਾ, ਆਪਣੀ ਹੋਣੀ ਨੂੰ ਇੱਥੇ ਅੰਡਰਲਾਈਨ ਕੀਤਾ ਜਾਂਦਾ, ਰੇਖਾਂਕਿਤ ਕੀਤਾ ਜਾਂਦਾ, ਉਹ ਕਿਹਨਾਂ ਢੰਗ ਤਰੀਕਿਆਂ ਨਾਲ ਕੀਤਾ ਜਾ ਰਿਹਾ, ਕਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਆ ਰਹੀਆਂ ਨੇ, ਕਾਸਟ ਨੂੰ ਲੈ ਕੇ ਪੰਜਾਬ ਦੇ ਵਿੱਚ ਵਡੇਰੇ ਸਵਾਲ ਕਿਹੜੇ ਨੇ। ਇਹ ਮੁੱਦਾ ਮਨਰੇਗਾ ਦੇ ਨਾਲ, ਗ੍ਰਾਮ ਸਭਾ ਦੇ ਨਾਲ ਸਿੱਧਾ ਆ ਜੁੜਦਾ ਹੈ ਕਿਉਂਕਿ ਇਹ ਉਹ ਪਲੇਟਫਾਰਮ ਸਨ ਜਿੱਥੇ ਕੋਈ ਸਪੇਸ ਇਲੈਕਟਿਡ ਰਿਪਰੈਜ਼ੈਂਟੇਟਿਵਸ ਦੇ ਵਿੱਚ ਉਹਨਾਂ ਨੂੰ ਰਾਖਵੇਂ ਤੌਰ ਦੇ ਉੱਤੇ ਮਿਲੀ ਹੈ। ਇੱਕ ਵੱਡੀ ਲੀਡਰਸ਼ਿਪ ਦਲਿਤ ਸਮਾਜ ਦੇ ਵਿੱਚੋਂ ਉੱਭਰ ਕੇ ਆਵੇਗੀ, ਇਹ ਕਿਆਸ ਸੀ। ਹਮੀਰ ਸਿੰਘ ਜੀ, 12 ਤੋਂ 26 ਜੂਨ ਤੱਕ 13,000 ਦੇ ਆਸ-ਪਾਸ ਪੰਜਾਬ ਦੇ ਵਿੱਚ ਪੇਂਡੂ ਪਾਰਲੀਮੈਂਟਰੀ ਇਜਲਾਸ ਹੋਏ ਹੋਣ। ਹਰ ਪਿੰਡ ਜੁੜ ਕੇ ਬੈਠਾ ਹੈ, ਪਿੰਡ ਦਾ ਹਰ ਵਸਨੀਕ ਜੁੜ ਕੇ ਬੈਠਾ ਹੈ, ਕੋਈ ਲੋਕਲ ਕਾਨੂੰਨ ਥੱਲੇ ਨਹੀਂ, ਐਮਐਲਏ ਥੱਲੇ ਨਹੀਂ, ਸਿੱਧਾ ਹਿੰਦੁਸਤਾਨ ਦੇ ਸੰਵਿਧਾਨ ਦੇ ਥੱਲੇ। ਤੇ ਇਹਦੀਆਂ ਖਬਰਾਂ ਨਾਲ ਉਹ ਹਜ਼ਾਰਾਂ ਅਖਬਾਰਾਂ ਦੇ ਵਰਕੇ ਕਿੱਥੇ ਨੇ, ਉਹ ਸਾਰੇ ਲੇਖ ਕਿੱਥੇ ਨੇ। ਅਸੀਂ ਇਹਦੀ ਗੱਲ ਕਰਨ ਲੱਗਿਆਂ ਥੋੜੇ ਅਜੀਬ ਜਿਹੇ ਕਿਉਂ ਲੱਗਦੇ ਆ ਕਿ ਸਾਰੇ ਪੰਜਾਬ ਦੇ ਮੁੱਦੇ ਛੱਡ ਕੇ ਗਰਮਾ ਗਰਮ ਭਖਵੇਂ ਤੇ ਮੁੱਖ ਮੰਤਰੀ ਦੇ ਵਿਆਹ ਦੇ ਚਰਚੇ ਛੱਡ ਕੇ ਅਸੀਂ ਇਸ ਮੁੱਦੇ ਬਾਰੇ ਕਿਉਂ ਇੱਥੇ ਗੱਲ ਕਰ ਰਹੇ ਹਾਂ। ਖਾਸ ਤੌਰ ਤੇ ਤੁਹਾਨੂੰ ਇਸ ਲਈ ਪੁੱਛ ਰਿਹਾ ਕਿ ਜਿਹੜੇ ਮੰਤਰੀ ਸਾਹਿਬ ਨੇ ਹਜ਼ਾਰਾਂ ਸਰਪੰਚ ਜਗ੍ਹਾ ਜਗ੍ਹਾ ਤੇ ਸੱਦੇ ਸੀ, ਉੱਥੇ ਵੀ ਉਹਨਾਂ ਨੂੰ ਜਦੋਂ ਕਿਸੇ ਵਿਦਵਾਨ ਦੀ ਜ਼ਰੂਰਤ ਸੀ ਕਿ ਇਹਨਾਂ ਨੂੰ ਕੋਈ ਆ ਕੇ ਸਮਝਾਵੇ ਮਨਰੇਗਾ ਬਾਰੇ, ਗ੍ਰਾਮ ਸਭਾ ਬਾਰੇ, ਤੇ ਉੱਥੇ ਵੀ ਤੁਸੀਂ ਹੀ ਮੁਖਾਤਬ ਹੋ ਰਹੇ ਸੀ। ਟੈਲ ਅਸ ਵਾਈ ਇਜ਼ ਇਟ ਨੈਸੈਸਰੀ ਕਿ ਉੱਥੇ ਜਾ ਕੇ ਦੱਸਣਾ ਪੈ ਰਿਹਾ ਅਜੇ ਇੰਨੇ ਸਾਲਾਂ ਬਾਅਦ ਕਿ ਕਾਨੂੰਨ ਹੈ ਕੀ ਹੈ ਤੇ ਰਿਕੁਆਇਰਮੈਂਟ ਕੀ ਹੈ। ਅਸਲ 'ਚ ਰੌਲਾ ਹੀ ਸਾਡੇ ਸਿਸਟਮ ਦੇ ਵਿੱਚ ਇਹ ਹੈ ਕਿ ਲਗਭਗ 29 ਸਾਲ ਹੋ ਗਏ, 24 ਅਪ੍ਰੈਲ 1993 ਦੀ ਇਹ 73ਵੀਂ ਸੋਧ ਹੈ ਬਿਲਕੁਲ, ਜਦੋਂ ਤੋਂ ਇਹ ਗ੍ਰਾਮ ਸਭਾ ਜਾਂ ਬਾਕੀ ਪੰਚਾਇਤੀ ਰਾਜ ਦਾ ਜਿਹੜਾ ਨਵਾਂ 3 ਦਹਾਕੇ ਹੈ ਨਾ, 3 ਦਹਾਕੇ ਹੋ ਗਏ ਕਰੀਬ।
ਕਈ ਵਾਰ ਕੋਈ ਚੀਜ਼ਾਂ ਜੇ ਥੋੜਾ ਬਹੁਤ ਲੋਕਾਂ ਨੂੰ ਲੱਗਦਾ ਕਿ ਸਾਡੇ ਫੇਵਰ ਦੀਆਂ ਹੋ ਗਈਆਂ, ਪਰ ਸਰਕਾਰਾਂ ਮੈਨੂੰ ਲੱਗਦਾ ਪ੍ਰਚਾਰ ਉਸ ਦਾ ਘੱਟ ਕਰਦੀਆਂ ਨੇ। ਆਪਣੇ ਐਡੇ ਐਡੇ ਅਖਬਾਰਾਂ ਦੇ ਪੰਨੇ ਜਾਂ ਬਾਕੀ ਟੀਵੀ ਵੈਸਾਂ ਉਹ ਸਾਰੀਆਂ ਹੀ ਨੇ। ਦੂਜਾ ਇੱਕ ਕਾਰਨ ਇਹ ਵੀ ਹੈ ਕਿ ਜੇ ਸਰਕਾਰਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਤਾਂ ਉਹ ਨਹੀਂ ਨਿਭਾ ਰਹੀਆਂ, ਕਿਉਂਕਿ ਜਾਗਰੂਕਤਾ ਸਭ ਤੋਂ ਇਨਫੋਰਮੇਸ਼ਨ ਜਿਹੜੀ ਹੈ ਪਹਿਲਾ ਸਟੈਪ ਹੁੰਦਾ ਕਿ ਤੁਸੀਂ ਇਨਫੋਰਮ ਕਰੋ, ਲੋਕਾਂ ਨੂੰ ਸੂਚਿਤ ਕਰੋ ਕਿ ਆਹ ਅਸੀਂ ਤਬਦੀਲੀ ਕਰਤੀ, ਇਹਦੇ 'ਚ ਤੁਹਾਡਾ ਹੱਕ ਹੈ, ਤੁਸੀਂ ਇਸ ਤਰੀਕੇ ਨਾਲ ਕੋਈ ਕੰਮ ਕਰ ਸਕਦੇ ਹੋ। ਔਰ ਜਿਹੜੀ ਟ੍ਰੇਨਿੰਗ ਦੇ ਪੈਟਰਨ ਵੀ ਨੇ ਇਸ ਪੰਚਾਇਤੀ ਰਾਜ, ਉਹ ਪੰਚਾਇਤ ਨੂੰ ਟ੍ਰੇਨਡ ਕਰਨ ਦੀ ਗੱਲ ਹੈ। ਪੰਚਾਇਤ ਨੂੰ ਟ੍ਰੇਨਡ ਕਰਨ 'ਚ ਵੀ ਮੈਨੂੰ ਲੱਗਦਾ ਬਹੁਤਾ ਜ਼ੋਰ ਕੱਲਾ ਪੰਚਾਇਤ ਨੂੰ ਤੂੰ ਕੰਮ ਕਿਵੇਂ ਕਰਨਾ ਇਹ ਗ੍ਰਾਮ ਸਭਾ ਵੱਲ ਨਹੀਂ ਲਿਜਾਂਦੇ ਕਿ ਤੂੰ ਉਹਨੂੰ ਜਵਾਬ ਦੇ ਰਹਿਣਾ, ਕਿਉਂਕਿ ਉਹਦੇ 'ਚ ਅਫਸਰ ਦਾ ਵੀ ਤੇ ਉਹਦੇ 'ਚ ਪੋਲੀਟੀਸ਼ੀਅਨ ਦਾ ਵੀ, ਜਿਹੜਾ ਵੀ ਹਲਕਾ ਇੰਚਾਰਜ ਹੈ MLA ਹੈ, ਉਹਨੂੰ ਲੱਗਦਾ ਕਿ ਜੇ ਹੇਠਾਂ ਤਾਕਤ ਬਣ ਗਈ ਫਿਰ ਸਿਸਟਮ ਹੀ ਹੋਰ ਤਰ੍ਹਾਂ ਦਾ ਹੋ ਜਾਊਗਾ ਤੇ ਸਾਡੇ ਪੱਲੇ ਉਸ ਲੈਵਲ ਦੀ ਤਾਕਤ ਨਹੀਂ ਬਚਣੀ। ਇਸੇ ਲਈ 5-5 ਕਰੋੜ ਰੁਪਈਆ ਵੀ ਟ੍ਰੇਨਿੰਗਾਂ ਤੇ ਖਰਚ ਹੋਇਆ ਇੱਥੇ। 5 ਕਰੋੜ ਰੁਪਇਆ ਬਿਲਕੁਲ। ਔਰ ਵੱਖ-ਵੱਖ ਸੰਸਥਾਵਾਂ ਟ੍ਰੇਨ ਵੀ ਕਰਦੀਆਂ ਰਹੀਆਂ, ਪਰ ਟ੍ਰੇਡ ਕਰਨਾ ਕਿਹਨੂੰ ਸੀ? ਉਹਨੂੰ ਕਰਨਾ ਸੀ ਜਿਹੜਾ ਇੱਕ ਸਧਾਰਨ ਬੰਦਾ ਗ੍ਰਾਮ ਸਭਾ ਦਾ ਮੈਂਬਰ ਹੈ, ਜਿਹੜਾ ਚੁਣਿਆ ਨਹੀਂ ਜਾ ਸਕਦਾ। ਉਹਨੂੰ ਤਾਂ ਆਪਣੇ ਹੱਕ ਦਾ ਤਾਂ ਹੀ ਪਤਾ ਲੱਗਦਾ ਨਾ, ਉਹਨੂੰ ਆਪਣੇ ਹੱਕ ਦਾ ਤਾਂ ਪਤਾ ਲੱਗਦਾ ਕਿ ਸਰਪੰਚ ਸਾਹਿਬ ਨੇ ਬੁਲਾਉਣੀ ਜ਼ਰੂਰੀ ਹੈ ਗ੍ਰਾਮ ਸਭਾ ਜੂਨ ਤੇ ਦਸੰਬਰ ਦੇ ਮਹੀਨੇ 'ਚ। ਜੇ ਨਾ ਬੁਲਾਵੇ ਉਹ ਸਸਪੈਂਡ ਵੀ ਆਟੋਮੈਟਿਕਲੀ ਹੋ ਜਾਂਦਾ, ਸਰਪੰਚ ਸਸਪੈਂਡ ਹੋ ਜਾਏਗਾ ਜੇ ਗ੍ਰਾਮ ਸਭਾ ਨਹੀਂ ਜੇ ਨਹੀਂ ਬਣਾਉਂਦਾ ਦੋਨਾਂ ਉਹਦੇ 'ਚ। ਤੁਸੀਂ ਐਂ ਕਰੋ, ਮੈਂ ਅੱਜ ਦਾ ਸਾਰਾ ਪ੍ਰੋਗਰਾਮ ਦੀ ਰੂਪਰੇਖਾ ਛੱਡ ਦੇਣਾ, ਆਹ ਟ੍ਰੇਨਿੰਗ ਸੈਸ਼ਨ ਹੈ, ਤੁਸੀਂ ਹੁਣ ਤੋਂ ਟ੍ਰੇਨ ਕਰੋ। ਦੋ ਤਰ੍ਹਾਂ ਦੇ ਦਰਸ਼ਕ ਮੇਰੇ ਸਾਹਮਣੇ ਬੈਠੇ ਨੇ, ਇੱਕ ਪਿੰਡਾਂ ਵਾਲੇ, ਇੱਕ ਸ਼ਹਿਰਾਂ ਵਾਲੇ। ਸ਼ਹਿਰਾਂ ਵਾਲੇ ਜਿਨ੍ਹਾਂ ਨੂੰ ਲੱਗਦਾ ਹੈ ਵੀ ਇਹ ਗ੍ਰਾਮ ਸਭਾ ਦਾ ਮੁੱਦਾ, ਮਨਰੇਗਾ ਦਾ ਮੁੱਦਾ ਕੋਈ ਪਿੰਡੂ ਮਸਲਾ ਹੋਣਾ, ਉਹਨਾਂ ਲਈ ਜਾਣਨਾ ਕਿਉਂ ਜ਼ਰੂਰੀ ਹੈ। ਤੇ ਜਿਹੜੇ ਪਿੰਡਾਂ ਵਾਲੇ ਦੇਖ ਰਹੇ ਨੇ ਉਹਨਾਂ ਨੂੰ ਸਮਝਾ ਦਿਓ ਇਹ ਗ੍ਰਾਮ ਸਭਾ ਕੀ ਚੀਜ਼ ਹੈ, ਕਿਉਂ ਹੋਣੀ ਜ਼ਰੂਰੀ ਹੈ, ਪੰਚਾਇਤੀ ਰਾਜ ਦੇ ਵਿੱਚ ਇਹਦੀ ਕੀ ਰਿਕੁਆਇਰਮੈਂਟ ਹੈ, ਲੋਕਾਂ ਨੂੰ ਇਹ ਕੀ ਤਾਕਤ ਦਿੰਦੀ ਹੈ, ਤੇ ਮਨਰੇਗਾ ਦੇ ਨਾਲ ਇਹ ਆਪਸ ਵਿੱਚ ਕਿਵੇਂ ਇੰਟਰਸੈਕਟ ਕਰਦੇ ਨੇ। ਅਸਲ 'ਚ ਜਿਹੜਾ ਅਸੀਂ ਜਮਹੂਰੀਅਤ ਦਾ, ਡੈਮੋਕ੍ਰੇਸੀ ਦਾ ਮਾਡਲ ਅਪਣਾਇਆ ਹੈ, ਉਹ ਪ੍ਰਤੀਨਿਧ ਕਿਸਮ ਦੀ ਜਮਹੂਰੀਅਤ ਹੈ। ਮਤਲਬ ਜਿਵੇਂ ਅਸੀਂ MLA ਚੁਣਦੇ ਆ, ਵਿਧਾਨ ਸਭਾ 'ਚ ਭੇਜ ਦਿੰਦੇ ਆ ਕਿ ਉਹ ਸਾਡੇ ਬਿਹਾਫ ਤੇ ਕੰਮ ਉਹ ਸਾਨੂੰ ਪੂਰਾ ਪਤਾ MLA ਇਸੇ ਤਰ੍ਹਾਂ ਪਾਰਲੀਮੈਂਟ ਚੁਣ ਸਾਰੇ ਪੰਜਾਬ 'ਚ। ਇੱਥੇ ਤਾਂ MLA ਨੂੰ ਨਹੀਂ ਪਤਾ ਮੇਰਾ ਅਧਿਕਾਰ ਕੀ ਹੈ, ਉਹ ਤਾਂ ਬਾਅਦ ਦੀ ਗੱਲ ਆ, ਉਹ ਲੱਗਦਾ ਸੀ ਚੁਣ ਦਿੰਦੇ ਆ, ਪਰ ਉੱਥੇ ਜਾ ਕੇ ਕੋਈ ਪਤਾ ਨਹੀਂ ਹੈ ਕਿ ਅਧਿਕਾਰ ਕੀ ਹੈ ਬਹੁਤਿਆਂ ਨੂੰ, ਔਰ ਕਿੰਨੇ ਹੀ ਤੁਹਾਨੂੰ ਮਿਲ ਜਾਣਗੇ ਜੇ ਉਹ MLA ਵਾਲਾ ਵਿਧਾਨ ਸਭਾ ਕਾਹਦੀ ਹੈ? ਕਾਨੂੰਨ ਘੜਨੀ ਸਭਾ ਹੈ। ਉੱਥੇ ਕੋਈ ਕਾਨੂੰਨ ਘੜਨ ਤੇ ਬਹਿਸ ਦੇਖੀ ਹੈ ਕਦੇ ਕਿੰਨੇ ਸਮੇਂ ਤੋਂ? ਤੇ ਉਹ ਤਾਂ ਰੌਲਾ ਰੱਪਾ ਹੋਰ ਗੱਲਾਂ ਤੇ ਤਾਂ ਬਹੁਤ ਪੈਂਦਾ, ਜਿਹੜੀਆਂ ਗੱਲਾਂ ਉਹਦੇ ਸੈਕੰਡਰੀ ਨੇ, ਜਿਹੜੀਆਂ ਮੇਨ ਗੱਲਾਂ ਨੇ ਉਹਦੇ ਤੇ ਉਹ ਕਾਨੂੰਨ ਚੁਟਕੀ 'ਚ ਪਾਸ ਹੁੰਦਾ। ਐਤਕੀ ਵਿੱਚ ਕਾਨੂੰਨ ਆਏ ਤੇ ਇੱਕ MLA ਨੇ ਖੜੇ ਹੋ ਕੇ ਕਿਹਾ ਵੀ ਜੇ ਪਹਿਲਾਂ ਮਿਲ ਜਾਂਦੇ ਜੇ ਅਸੀਂ ਤਿਆਰੀ ਕਰਕੇ, ਕਹਿੰਦੇ ਐਤਕੀ ਐਵੇਂ ਹੀ ਪਾਸ ਕਰ ਲਓ, ਚੱਲ ਅਗਲੇ ਵਾਰੀ ਦੇ ਦਿੰਦੇ, ਅੱਗੇ ਤੋਂ ਟਾਈਮ ਸਿਰ ਭੇਜ ਦਿਓ, ਅੱਗੇ ਨੂੰ ਟਾਈਮ। ਮਤਲਬ ਇਹ ਕਾਨੂੰਨ ਦਾ ਮਜ਼ਾਕ ਨਹੀਂ ਤਾਂ ਹੋਰ ਕੀ ਹੈ, ਜਿੱਥੇ ਕਹਿੰਦੇ ਨੇ ਪਾਸ ਕਰ ਦੋ, ਇਹ ਨਹੀਂ ਕਹਿੰਦੇ ਵੀ ਅਗਲੇ ਸੈਸ਼ਨ 'ਚ ਕਰ ਲਾਂਗੇ, ਜਿੰਨਾ ਚਿਰ MLA ਤਿਆਰ ਹੀ ਨਹੀਂ ਹੈ ਚਰਚਾ ਕਰਨ ਲਈ ਜਾਂ ਬਾਕੀ। ਤੇ ਉਸ ਡੈਮੋਕ੍ਰੇਸੀ ਦਾ ਫਿਰ ਇੱਕ ਪੜਾਅ ਨੀਚੇ ਵੀ ਜਾਂਦਾ, ਜਿਹਨੂੰ ਅਸੀਂ ਸ਼ਹਿਰਾਂ 'ਚ ਲੋਕਲ ਬਾਡੀ ਕਹਿੰਦੇ ਆ, ਸਥਾਨਕ ਸਰਕਾਰਾਂ, ਤੇ ਪਿੰਡਾਂ ਦੇ ਵਿੱਚ ਪੰਚਾਇਤੀ ਰਾਜ ਇੰਸਟੀਟਿਊਸ਼ਨ 'ਚ ਕਹਿੰਦੇ ਆ। ਤੇ ਉਹ ਸਾਰੇ ਸੈਟਅਪ ਦੇ ਵਿੱਚ ਪੰਚਾਇਤੀ ਰਾਜ ਦੇ ਵਿੱਚ ਇੱਕ ਡਾਇਰੈਕਟ ਡੈਮੋਕ੍ਰੇਸੀ ਦਾ ਵੀ ਕੰਪੋਨੈਂਟ ਹਿੱਸਾ ਉਹਦੇ 'ਚ ਆ ਗਿਆ ਹੈ। ਡਾਇਰੈਕਟ ਡੈਮੋਕ੍ਰੇਸੀ ਦਾ ਮਤਲਬ ਇਹ ਹੈ ਕਿ ਤੁਹਾਡੇ ਇਕੱਲੇ ਚੁਣੇ ਨੁਮਾਇੰਦੇ ਸਾਰਾ ਕੁਝ ਨਹੀਂ ਕਰਨਗੇ, ਤੁਸੀਂ ਬੈਠ ਕੇ ਪੂਰੇ ਪਿੰਡ ਦੀ ਯੋਜਨਾ ਕਰਨ। ਇਦਾਂ ਜਿੱਦਾਂ ਮੈਂ ਆਪ ਹੀ ਪਾਰਲੀਮੈਂਟ 'ਚ ਜਾਵਾਂ, ਤੁਸੀਂ ਪਾਰਲੀਮੈਂਟ ਆਪਣਾ ਸਾਰਾ ਮਹੱਲਾ ਪਾਰਲੀਮੈਂਟ ਜਾ ਕੇ ਬੈਠ ਜੇ। ਜਿਹੜਾ ਚਾਹੇ ਮਨਰੇਗਾ ਮਜ਼ਦੂਰ ਹੈ, ਚਾਹੇ ਵਿਧਵਾ ਪੈਨਸ਼ਨ, ਚਾਹੇ ਬੁਢਾਪਾ ਪੈਨਸ਼ਨ, ਉਹਦੀ ਨਿਸ਼ਾਨਦੇਹੀ ਟੋਟਲ ਸਕੀਮਾਂ ਦੀ ਗ੍ਰਾਮ ਸਭਾ ਨੇ ਕਰਨੀ ਹੈ। ਮਤਲਬ ਤੁਸੀਂ ਨਿਸ਼ਾਨਦੇਹੀ 'ਚ ਆਪ ਸ਼ਾਮਲ ਹੋ, ਆਪਦੀ 'ਚ ਵੀ ਤੇ ਦੂਜਿਆਂ ਦੇ ਵਿੱਚ ਵੀ, ਜੇ ਤੁਸੀਂ ਉੱਥੇ ਜਾ ਕੇ ਬੈਠਦੇ ਹੋ। ਸੋ ਜਿਹੜੇ ਲੋਕ ਮੰਗਣ ਜਾਂਦੇ ਨੇ ਕਿ ਜੀ ਸਾਨੂੰ ਇਹ ਪੈਨਸ਼ਨ ਲਾ ਦਿਓ, ਸਾਨੂੰ ਬੁਢਾਪਾ ਪੈਨਸ਼ਨ ਲਾ ਦਿਓ, ਜਾਂ ਸਾਨੂੰ ਇਹ ਫਲਾਣੀ ਸਕੀਮ 'ਚੋਂ ਇਹ ਫਾਇਦਾ ਦੇ ਦਿਓ, ਅਸਲ ਵਿੱਚ ਉਹਨਾਂ ਨੇ ਆਪ ਫੈਸਲਾ ਕਰਨਾ ਹੁੰਦਾ ਵੀ ਕਿਹਨੂੰ ਦੇਣਾ ਸੀ। ਆਪ ਫੈਸਲਾ ਕਰਨਾ ਟੋਟਲੀ। ਇਹ ਕਾਨੂੰਨ ਦੇ ਵਿੱਚ ਹੈ, ਸੰਵਿਧਾਨ ਦੇ ਵਿੱਚ ਬਿਲਕੁਲ ਸੰਵਿਧਾਨ ਦੇ ਵਿੱਚ ਹੈ। ਤੇ ਸੰਵਿਧਾਨ ਦੇ ਵਿੱਚ ਹੈ ਕਿ ਜਦੋਂ ਸਭਾ ਬੈਠਦੀ ਹੈ, ਜੇ ਸਰਪੰਚ ਨਹੀਂ ਬਣਾਉਂਦਾ ਤਾਂ ਪਿੰਡ ਦੇ 20% ਵੋਟਰ ਲਿਖ ਕੇ ਦੇ ਦੇਣ ਤਾਂ ਵੀ ਉਹ ਗ੍ਰਾਮ ਸਭਾ ਬਣੀ ਜਾਂਦੀ ਬਗੈਰ ਸਰਪੰਚ ਸਾਹਿਬ ਤੋਂ। ਸਰਪੰਚ ਸਾਹਿਬ ਉਸ ਸਭਾ 'ਚ ਸ਼ਾਮਲ ਹੁੰਦੇ ਨੇ, ਪ੍ਰਧਾਨਗੀ ਕਰਨਗੇ। ਨਹੀਂ ਆਉਂਦੇ ਤਾਂ ਕੋਈ ਵੀ ਪੰਚ ਉੱਥੇ ਮੌਜੂਦ ਆ ਉਹਨੂੰ ਤੁਸੀਂ ਉਦਣ ਦਾ ਚੇਅਰਮੈਨ ਚੁਣ ਲਓ। ਹੁਣ ਗੱਲ ਸਮਝ ਆਈ ਮੈਨੂੰ, ਉਹ ਚੀਜ਼ ਟ੍ਰੇਨਿੰਗ ਤੁਹਾਡੀ ਤੋਂ ਹੁਣ ਗੱਲ ਸਮਝ ਆਈ ਹੈ ਵੀ ਇੱਕ ਤੁਸੀਂ ਕਹਿੰਦੇ ਹੋ ਵੀ ਪਹਿਲੀ ਗੱਲ ਤੇ ਬੰਦੇ ਆਪ ਹੀ ਸ਼ਮੂਲੀਅਤ ਕਰਿਆ ਕਰਨਗੇ। ਸਰਪੰਚ ਸਾਹਿਬ ਦੇ ਵਿਚਾਰਿਆਂ ਦੀ ਹੈਸੀਅਤ ਹੀ ਕੀ ਹੈ, ਤੇ ਜੇ ਸਰਪੰਚ ਸਾਹਿਬ ਨਹੀਂ ਬੁਲਾਉਂਦੇ ਤਾਂ ਸਰਪੰਚ ਸਾਹਿਬ ਸਸਪੈਂਡ ਹੋ ਜਾਣਗੇ, ਤੇ ਜੇ ਉਹ ਨਹੀਂ ਬੁਲਾਉਂਦੇ ਤਾਂ ਤੁਸੀਂ ਆਪ ਹੀ ਬੁਲਾ ਸਕਦੇ ਹੋ, ਫਿਰ ਤਾਂ ਸਰਪੰਚ ਸਾਹਿਬ ਕਾਹਨੂੰ ਬੁਲਾਉਣਗੇ ਜੀ? ਇਹ ਲਈ ਬੜਾ ਖਰਾਬ ਹੈ ਜੀ। ਸਰਪੰਚ ਸਾਹਿਬ ਨੂੰ ਕੀ ਮਿਲਿਆ ਦੱਸੋ? ਸਾਰੇ ਪਿੰਡ ਨੂੰ ਪਾਵਰ ਦਿੱਤੀ, ਸਰਪੰਚ ਕਾਹਦੇ ਲਈ ਬਣਨਾ ਬੰਦਾ? ਇਹੀ ਰੌਲਾ ਮੈਨੂੰ ਲੱਗਦਾ ਕੱਲੇ ਸਰਪੰਚਾਂ ਨੂੰ ਤਾਂ ਬਹੁਤਿਆਂ ਨੂੰ ਇਹ ਬਹੁਤਾ ਜਾਣਕਾਰੀ ਵੀ ਨਹੀਂ ਹੈ। ਇਹ ਉੱਪਰੋਂ ਜਿਹੜੇ ਚਲਾਉਂਦੇ ਨੇ, ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ, ਅਫਸਰ ਨੇ ਜਾਂ ਹੋਰ ਹੈ, ਜਿਵੇਂ ਕਿਸੇ ਮੰਤਰੀ ਦੇ ਨਾਲ ਲਾਇਆ ਹੁੰਦਾ ਨਾ, IAS ਅਫਸਰ, ਪ੍ਰਿੰਸੀਪਲ ਸੈਕਟਰੀ ਡਿਪਾਰਟਮੈਂਟ ਦਾ ਹੁੰਦਾ, ਚਾਹੇ ਡਾਇਰੈਕਟਰ ਵੀ ਹੁੰਦਾ, ਉਹਨਾਂ ਨੂੰ ਉਹਨੂੰ ਗਾਈਡ ਕਰਨਾ ਲੀਗਲੀ ਜਾਂ ਬਾਕੀ ਚੀਜ਼ਾਂ ਦੇ ਵਿੱਚ।
ਤੇ ਇਹ ਤਾਂ ਅਫਸਰਾਂ ਦੀ ਜ਼ਿੰਮੇਵਾਰੀ ਹੈ। ਔਰ ਇੱਥੇ ਜਿਹੋ ਜਿਹੀ ਨਿਭਾਉਂਦੇ ਨੇ ਕਿੰਨੀ ਇਹ ਵੀ ਪਤਾ, ਤੇ ਜਿਹੜੀ ਨੀਚੇ ਨਿਭਾ ਰਿਹਾ ਤੇ ਉਹ ਤਾਂ ਬਿਲਕੁਲ ਹੀ ਹੋਣੀ ਨਹੀਂ, ਕਿਉਂਕਿ ਉਹ ਤਾਂ ਬੰਦੇ ਵੀ ਬਿਲਕੁਲ ਜਾਣਕਾਰੀ ਦੇਣ ਲਈ ਉਸ ਪੱਧਰ ਦੇ ਉੱਥੇ ਤਾਂ ਉਹ ਮਾਈ ਬਾਪ ਬਣ ਕੇ ਜਾਂਦੇ ਨੇ। ਇੱਥੇ ਘੱਟੋ ਘੱਟ ਮਿਨਿਸਟਰ ਨੂੰ ਸਰਤਾ ਕਹਿਣਾ ਪੈਂਦਾ। ਜਦੋਂ ਤੁਸੀਂ ਹਜ਼ਾਰਾਂ ਸਰਪੰਚਾਂ ਨੂੰ ਸੰਬੋਧਨ ਕਰ ਰਹੇ ਸੀ, ਤੁਹਾਨੂੰ ਕੀ ਇਹ ਫੀਡਬੈਕ ਕਿਸ ਤਰ੍ਹਾਂ ਦੀ ਮਿਲੀ? ਕਿ ਸਰਪੰਚਾਂ ਨੂੰ ਪਤਾ ਸੀ ਕਿ ਗ੍ਰਾਮ ਸਭਾ ਕੀ ਹੁੰਦੀ ਹੈ? ਕਿ ਉਹਨਾਂ ਨੂੰ ਪਤਾ ਸੀ ਇਹਦਾ ਦਾਇਰਾ ਕੀ ਹੈ, ਇਹਦੀਆਂ ਸ਼ਕਤੀਆਂ ਕੀ ਨੇ, ਪਾਵਰਸ ਕੀ ਨੇ? ਕਿ ਉਹ ਆਪਣੇ ਆਪ ਨੂੰ ਕਿਸੇ ਮਿੰਨੀ ਪਾਰਲੀਮੈਂਟ ਦੇ ਹੈੱਡ ਵਜੋਂ ਦੇਖ ਰਹੇ ਸੀ? ਉਹਨਾਂ ਚੋਂ ਮੈਜੋਰਟੀ ਬੰਦੇ ਸੀ। ਪਹਿਲੀ ਗੱਲ ਤਾਂ ਇੱਕ ਉੱਥੇ ਬਹੁਤ ਵੱਡਾ ਉਹ ਸੀ, ਮਤਲਬ ਅੰਮ੍ਰਿਤਸਰ ਦੇ ਵਿੱਚ ਵੀ 1000 ਤੋਂ ਵੱਧ ਸਰਪੰਚ ਸੀ, ਲੁਧਿਆਣੇ ਵੀ 1000 ਤੋਂ ਵੱਧ, ਕੁਝ ਜ਼ਿਲ੍ਹਿਆਂ ਦਾ ਸੀ, ਫਿਰ ਬਠਿੰਡੇ ਨਹੀਂ ਮੈਂ ਕਿਹਾ, ਪਰ ਉੱਥੇ ਮੈਂ ਉਹ ਸੀਗਾ। ਉਹਨਾਂ ਸਾਰਿਆਂ 'ਚ ਮਤਲਬ 5 ਜਾਂ 6 ਜਾਂ 10 ਫੀਮੇਲ ਜਾਂ ਮਹਿਲਾ ਸਰਪੰਚ ਸੀ, ਬਾਕੀ ਸਭ ਮੇਲ ਸਰਪੰਚ ਸੀ। ਉੱਥੇ ਸਵਾਲ ਇਹ ਹੈ ਵੀ ਪਹਿਲੀ ਗੱਲ ਤਾਂ ਕਾਨੂੰਨ ਉੱਥੇ ਹੀ ਉਲੰਘਣਾ, ਸਭ ਦੀ ਹਾਜ਼ਰੀ 'ਚ। ਸਾਡੇ 13000 ਪੰਚਾਇਤਾਂ 'ਚੋਂ ਕਿੰਨੇ ਸਰਪੰਚ ਸਾਡੇ ਅੱਧੀਆਂ ਔਰਤਾਂ ਨੇ? ਅੱਧੀਆਂ ਔਰਤਾਂ ਨੇ, 50%। ਤੇ ਸਰਪੰਚ ਨੇ, ਮੈਂ ਉੱਥੇ ਵੀ ਕਿਹਾ ਈਵਨ ਸਟੇਜ ਤੇ, ਕਿ ਪਹਿਲੀ ਗੱਲ ਤਾਂ ਇਹ ਪ੍ਰੋਕਸੀ ਹੈ, ਸਾਡੇ ਸਰਪੰਚ ਪਤੀ ਰਾਜ ਹੋ ਗਿਆ, ਸਰਪੰਚ ਦੀ ਜਗ੍ਹਾ ਤੇ ਉਹ ਬੰਦਾ ਬੈਠਾ ਹੈ ਨਾ। ਘਰ ਵਾਲਾ ਤੇ ਜੇ ਸਰਕਾਰ ਨੇ ਆਪਦੇ BDPOs ਨੂੰ ਇਹ ਕਿਹਾ ਸੀ ਕਿ ਤੁਸੀਂ ਸਰਪੰਚ ਬਣਾਉਣੇ ਨੇ, ਉਹਨਾਂ ਦੀ ਉਹ 50% ਸਰਪੰਚ ਦੀ ਜਗ੍ਹਾ ਉਹਨੇ ਪ੍ਰੋਕਸੀ ਜਾਲੀ ਹਾਜ਼ਰੀ ਲਵਾਉਣ ਦੀ ਹਿੰਮਤ ਕਿਵੇਂ ਕੀਤੀ? ਸਿੱਧੇ ਸਰਕਾਰੀ, ਉਹ ਵੀ ਸਰਕਾਰੀ ਸਮਾਗਮ ਦੇ ਵਿੱਚ, ਸਰਕਾਰੀ ਸਮਾਗਮ ਦੇ ਵਿੱਚ ਘੱਟੋ ਘੱਟ ਉਹਦੇ ਚ ਤਾਂ ਉਹ ਸਰਪੰਚ ਪਿੰਡ ਵਿੱਚ ਤਾਂ ਕੀ ਸਮਝਦਾ ਹੋਵੇਗਾ, ਪਿੰਡ ਵਿੱਚ ਤਾਂ ਛੱਡੋ ਗੱਲ, ਮਤਲਬ ਕੀ ਹੈ। ਤੇ ਇਹ ਮਿਨਿਸਟਰ ਸਾਹਿਬ ਨੂੰ ਵੀ ਇਹਦਾ ਨੋਟਿਸ ਲੈਣਾ ਚਾਹੀਦਾ ਸੀ ਵੀ ਮੈਂ ਉੱਥੇ ਵੀ ਬੋਲੇ, ਉਹ ਕਿਹਾ ਉਹਨੇ। ਮਿਨਿਸਟਰ ਸਾਹਿਬ ਦਾ ਨਹੀਂ ਮੈਨੂੰ ਡਰ ਲੱਗਦਾ, ਮੈਨੂੰ ਇਹ ਡਰ ਲੱਗਦਾ ਵੀ ਗ੍ਰਾਮ ਸਭਾ ਵੀ ਇਹਦਾ ਨੋਟਿਸ ਲੈ ਸਕਦੀ ਹੈ, ਸੱਦ ਸਕਦੀ ਹੈ। ਬਿਲਕੁਲ, ਇਟ ਮੀਨ ਜੋ ਉੱਥੇ 1000 ਸਰਪੰਚ ਨਹੀਂ ਗਿਆ, 500 ਸਰਪੰਚ ਗਿਆ, 500 ਸਰਪੰਚ ਗਿਆ, 500 ਦਾ ਤਾਂ ਘਰ ਵਾਲੇ ਗਏ, ਘਰ ਵਾਲੇ ਗਏ ਨੇ, ਜਾਂ ਕਿਸੇ ਦਾ ਕੁਝ ਬਾਕੀ ਹੋ ਗਏ ਨੇ। ਔਰ ਇਹ ਇੱਕ ਬੈਨਰ ਕਿਸ ਦਿਨ ਲਾਣਾ ਚਾਹੀਦਾ ਸਰਪੰਚਾਂ ਦੇ ਘਰ ਵਾਲਿਆਂ ਦੀ ਮੀਟਿੰਗ। ਇੱਕ ਤਾਂ ਇਹ ਬੈਕਗ੍ਰਾਉਂਡ ਬਹੁਤ ਵੱਡਾ ਇੱਕ ਕੁਐਸਚਨ ਸੀ। ਦੂਜਾ ਕੁਐਸਚਨ ਇਹ ਸੀ, ਜੇ ਕਿਸੇ ਨੇ ਕੀਤਾ ਮਾੜਾ ਜਿਹਾ ਸਵਾਲ, ਉਹ ਕਹਿੰਦੇ ਜੀ ਅਸੀਂ ਬੁਲਾਉਂਦੇ ਤਾਂ ਹੈਗੇ, ਆਉਂਦੇ ਹੀ ਨਹੀਂ, ਬੰਦੇ ਨਹੀਂ ਆਉਂਦੇ ਪਿੰਡ 'ਚ। ਮੈਂ ਉੱਥੇ ਉਹਨਾਂ ਨੂੰ ਐਲਾਨ ਕੀਤਾ ਵੀ ਤੁਸੀਂ ਜਿਹੜਾ ਮਰਜ਼ੀ ਪਿੰਡ ਚੁਣ ਲਓ, ਇੱਕ ਹਫ਼ਤਾ 10 ਦਿਨ ਪਹਿਲਾਂ ਮੈਨੂੰ ਦੱਸ ਦੇਣਾ। ਗ੍ਰਾਮ ਸਭਾ ਦਾ ਅਜਲਾਸ ਹੈ, ਜੇ ਉੱਥੇ ਕੋਰਮ ਪੂਰਾ ਨਾ ਹੋਇਆ ਮੈਨੂੰ ਫੜ ਲਿਓ, ਮੈਂ ਤਾਂ ਜਾਣਦਾ ਨਹੀਂ ਤੁਹਾਡੇ ਪਿੰਡ ਕਿਉਂ ਨਹੀਂ ਆਏਗਾ ਜਦੋਂ ਉਹਨਾਂ ਨੂੰ ਪਤਾ ਸਾਰੀ ਸ਼ਕਤੀ। ਉਹਦਾ ਕਾਰਨ ਹੈ, ਨਹੀਂ ਉਹਦਾ ਇੱਕੋ ਹੀ ਕਾਰਨ ਸੀ, ਬਸ ਇੱਕੋ ਹੀ ਕਾਰਨ। ਮੈਂ ਕਿਹਾ ਤੁਸੀਂ ਏਜੰਡਾ ਕੱਢਦੇ ਹੋ, ਲੋਕਾਂ ਨੂੰ ਦੱਸ ਦਿਓ ਭਾਈ ਉੱਥੇ ਮਨਰੇਗਾ ਦਾ ਜੌਬ ਕਾਰਡ ਵੀ ਬਣੇਗਾ, ਉੱਥੇ ਕੰਮ ਦਾ ਪਲਾਨਿੰਗ ਵੀ ਹੋਏਗੀ, ਉੱਥੇ ਪ੍ਰੋਜੈਕਟ ਵੀ ਹੋਏਗਾ, ਉੱਥੇ ਸਭ ਪੈਨਸ਼ਨਾਂ ਦਾ ਵੀ ਬੰਦੋਬਸਤ ਉੱਥੇ ਹੋਏਗਾ, ਉੱਥੇ ਸਾਰਾ ਕੱਚੇ ਘਰਾਂ ਦੀ ਗ੍ਰਾਂਟ ਦਾ ਵੀ ਮਾਮਲਾ ਉੱਥੇ ਹੋਏਗਾ, 5 ਏਕੜ ਵਾਲੀ ਖੇਤੀ ਦੀ ਗੱਲ ਹੋਏਗੀ, ਆਪ ਹੀ ਆਉਣਗੇ। ਜਦ ਤੁਸੀਂ ਕੋਈ ਦੱਸਦੇ ਨਹੀਂ ਤੇ ਉਹ ਨਹੀਂ ਆਉਂਦੇ। ਜਾ ਕੇ ਪਿੰਡਾਂ ਦੇ ਵਿੱਚ ਆਪਣਾ ਰਿਸਰਚ ਵਰਕ ਕੀਤਾ ਹੈ, ਇਹਨਾਂ ਚੋਂ ਕਿੰਨੇ ਸਰਪੰਚਾਂ ਨੂੰ ਵੀ ਮਿਲੇ ਹੋਵੋਗੇ, ਤੇ ਜਿਹੜੇ ਉਹ ਸਰਪੰਚ ਦੇ ਘਰ ਵਾਲੇ ਹੁੰਦੇ ਨੇ ਉਹਨਾਂ ਨੂੰ ਵੀ ਮਿਲੇ ਹੋਵੋਗੇ। ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਪਿੰਡਾਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ? ਗ੍ਰਾਮ ਸਭਾ ਬਾਰੇ ਕਿਸ ਕਿਸਮ ਦੀ ਜਾਣਕਾਰੀ ਹੈ? ਤੇ ਫਿਰ ਮੈਂ ਮਨਰੇਗਾ ਤੇ ਵੀ ਗੱਲ ਕਰਦੇ ਹਾਂ। ਸਰ ਸਭ ਤੋਂ ਪਹਿਲਾਂ ਮੈਂ ਇਹਨਾਂ ਦੇ ਸਵਾਲ ਨਾਲ ਐਡ ਕਰਦਾ ਕਿ ਕਹਿੰਦੇ ਵੀ 500 ਮੇਲ ਜਿਹੜੇ ਨੇ ਉਹ ਸਰਪੰਚ ਹੋਣਗੇ, 500 ਪਤਨੀਆਂ ਦੀ ਜਗ੍ਹਾ ਪ੍ਰੋਕਸੀ ਆਏ ਹੋਣਗੇ ਜੀ। ਮੈਂ ਕਹਿੰਦਾ ਜੀ 250 ਸਰਪੰਚ ਹੋਣਗੇ, 250 ਪਿੰਡ ਦਾ ਜਿਹੜਾ ਦਲਿਤ ਸਰਪੰਚ ਹੈ ਉਹਦੀ ਜਗ੍ਹਾ ਕੋਈ ਅਪਰ ਕਾਸਟ ਉੱਥੇ ਆ ਕੇ ਬੈਠਾ ਹੋਇਆ। ਇਹ ਵੀ ਤੁਸੀਂ ਤੁਹਾਡਾ ਐਕਸਪੀਰੀਅੰਸ ਰਿਹਾ ਹੈ? ਇਹ ਵੀ ਉਹਦੇ ਵਿੱਚ ਇੱਕ ਐਡ ਔਨ ਹੈ ਕਿ ਮੈਂ ਸਰਵੇ ਦੇ ਦੌਰਾਨ ਇੱਕ ਘਰ ਦੇ ਅੰਦਰ ਗਿਆ, ਪੂਰਾ ਅੱਧਾ ਪੌਣਾ ਘੰਟਾ ਅਸੀਂ ਜਿਵੇਂ ਗੱਲਬਾਤ ਕਰ ਰਹੇ ਹਾਂ, ਗੱਲਬਾਤ ਕਰਨ ਤੋਂ ਬਾਅਦ ਮੈਂ ਲਾਸਟ ਤੇ ਫੋਟੋ ਲੈਣੀ ਸੀ ਕਿ ਚਲੋ ਮੇਰੇ ਕੋਲ ਇੱਕ ਐਵੀਡੈਂਸ ਹੋਵੇ, ਮੈਂ ਆਇਆ ਵੀ ਸੀ। ਉਹ ਕਹਿੰਦਾ ਜੀ ਰਹਿਣ ਦਿਓ, ਮੇਰੇ ਨਾਲ ਨਾ ਲਓ, ਸਰਪੰਚ ਸਾਹਿਬ ਆ ਨੇ ਜਿਹੜੇ ਨਾਲ ਬੈਠੇ ਹੋਏ ਨੇ। ਉਹ ਕਿਉਂਕਿ ਉਹ ਬੀਇੰਗ ਤੁਸੀਂ ਇੰਟਰਵਿਊ ਲੈਂਦੇ ਰਹੇ ਤਾਂ ਤੁਹਾਨੂੰ ਇਹ ਪਤਾ ਨਹੀਂ ਲੱਗਾ ਕਿ ਸਰਪੰਚ ਕੌਣ ਹੈ? ਸਰਪੰਚ ਨੇ ਸਰਪੰਚ ਵਾਲੀ ਗੱਲ ਹੀ ਕੋਈ ਨਹੀਂ ਕੀਤੀ। ਉਹ ਵਿਚਾਰੇ ਭਲੇ ਮਾਨਸਿਕ ਬੰਦਾ ਨਾਲ ਬੈਠਾ, ਜਿਵੇਂ ਪਿੰਡਾਂ 'ਚ ਆਦਤ ਹੁੰਦੀ ਹੈ ਕਿ 4 ਲੋਕ ਬੈਠੇ ਨੇ, ਉਹਨਾਂ 'ਚ ਇੱਕ ਬੰਦਾ ਉਹ ਵੀ ਬੈਠਾ। ਸਾਰੀ ਗੱਲਬਾਤ ਜਿਹੜੇ ਬੰਦੇ ਨੇ ਕੀਤੀ, ਮੈਂ ਜਾਂਦਿਆਂ ਕਿਹਾ ਜੀ ਸਰਪੰਚ ਸਾਹਿਬ ਨੂੰ ਮਿਲਣਾ, ਉਹ ਕਹਿੰਦਾ ਜੀ ਹਾਂਜੀ ਦੱਸੋ। ਉਹਨੇ ਪੂਰੀ ਗੱਲਬਾਤ ਕਰਨ ਤੋਂ ਬਾਅਦ ਲਾਸਟ ਦੇ ਉੱਤੇ ਦੱਸਿਆ ਪਾਵਰ ਆਪਰੇਟ ਕਰਦੀ ਨਾ ਕਿ ਸਰਪੰਚ ਦੂਸਰਾ, ਦਿਸ ਇਜ਼ ਹਾਊ ਪਾਵਰ ਆਪਰੇਟਸ। ਤੇ ਰਹੀ ਗ੍ਰਾਮ ਪੰਚਾਇਤ ਵਾਲੀ ਜਿਹੜੀ ਗੱਲ ਕਿ ਮੀਟਿੰਗ ਦੇ ਵਿੱਚ ਕੋਈ ਆਂਦਾ ਨਹੀਂ, ਸਰ ਬੱਚੇ ਦੀ 5ਵੀਂ ਕਲਾਸ ਦੀ ਕਾਪੀ 'ਚੋਂ ਇੱਕ ਪੇਜ ਲਾ ਕੇ ਉਹਦੇ ਉੱਤੇ ਲਿਖ ਦਿੱਤਾ ਜਾਂਦਾ ਮੀਟਿੰਗ ਹੈ, ਤੇ ਉਹ ਇੱਕ ਕੰਧ ਦੇ ਉੱਤੇ ਚਿਪਕਾ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਉਹਦਾ ਕੋਈ ਰਿਵਿਊ ਨਹੀਂ ਲਿਆ ਜਾਂਦਾ, ਕਿਸੇ ਨੂੰ ਉਹਦੀ ਇਨਫੋਰਮੇਸ਼ਨ ਨਹੀਂ ਹੈ। ਪਿੰਡ ਦੇ ਵਿੱਚ ਜੇ ਕੋਈ ਵਪਾਰੀ ਵਪਾਰ ਕਰਨ ਆ ਜਾਵੇ, ਉਹ ਗੁਰਦੁਆਰੇ ਦੇ ਸਪੀਕਰ ਤੋਂ ਬੋਲ ਦਿੰਦਾ, ਉੱਥੇ ਮੈਂ ਕਹਿੰਦਾ ਮਹਿਲਾਵਾਂ ਦਾ ਢੇਰ ਲੱਗ ਜਾਂਦਾ ਕਿ ਉਹਨੂੰ ਦੇਖਣ ਕਿ ਆਖਰ ਵਪਾਰੀ ਵੇਚਣ ਕੀ ਆ। ਤੇ ਐਡੀ ਵੱਡੀ ਮੀਟਿੰਗ ਹੋਵੇ ਤੇ ਕੋਈ ਆਵੇ ਨਾ, ਕਿਉਂਕਿ ਉਹਦਾ ਅਸੀਂ ਪ੍ਰਚਾਰ ਨਹੀਂ ਕਰਦੇ, ਅਸੀਂ ਦੱਸਣਾ ਨਹੀਂ ਚਾਹੁੰਦੇ, ਅਸੀਂ ਗੁਪਤ ਰੱਖਣਾ ਚਾਹੁੰਦੇ ਹਾਂ ਕਿ ਉਹ ਮੀਟਿੰਗ ਕਿਸੇ ਨੂੰ ਪਤਾ ਨਾ ਲੱਗੇ, ਕਿਉਂਕਿ ਉਹ ਖਤਰਨਾਕ ਮੀਟਿੰਗ ਹੈ। ਉੱਥੇ ਸਾਰਾ ਪਿੰਡ ਇਕੱਠਾ ਹੋਏਗਾ, ਸਾਰਾ ਪਿੰਡ ਸਰਪੰਚ ਤੋਂ ਲੈ ਕੇ BDPO ਤੋਂ ਲੈ ਕੇ ਹਰੇਕ ਦੀ ਪੁੱਛਗਿੱਛ ਕਰ ਸਕਦਾ ਹੈ ਵੀ ਭਾਈ ਇਹ ਪੈਸਾ ਕਿੱਥੋਂ ਆਇਆ, ਕਿੱਥੋਂ ਨਹੀਂ, ਕਿਹੜੀ ਸਕੀਮ ਸਾਡੇ ਪਿੰਡ 'ਚ ਆਈ ਹੈ, ਕਿੰਨੀਆਂ ਇੱਟਾਂ ਆਈਆਂ ਨੇ, ਕਿਹੜੀ ਗਲੀ ਪੱਕੀ ਹੋਣੀ ਹੈ, ਕਿਹਨੂੰ ਪੈਨਸ਼ਨ ਮਿਲੀ ਹੈ, ਕਿਹਦੀ ਬੁਢਾਪਾ ਪੈਨਸ਼ਨ ਲਾਉਣੀ ਹੈ, ਇਹ ਸਾਰਾ ਕੰਮ ਹੋਏਗਾ। ਦਰਅਸਲ ਸਾਡੇ ਸਰਪੰਚ ਦਾ ਕਨਸੈਪਟ ਫਿਊਡਲ ਕਨਸੈਪਟ ਚੋਂ ਆਂਦਾ, ਅਸੀਂ ਉਹਨੂੰ ਡੈਮੋਕ੍ਰੈਟਿਕ ਕਨਸੈਪਟ 'ਚ ਡੀਲ ਨਹੀਂ ਕਰਨਾ ਚਾਹੁੰਦੇ। ਸਰਪੰਚ ਪਿੰਡ ਦਾ ਸਮਝਦਾਰ ਇਮਾਨਦਾਰ ਵਿਅਕਤੀ ਨਹੀਂ ਹੁੰਦਾ, ਅਮੀਰ
ਤੇ ਧੜੱਲੇਦਾਰ ਵਿਅਕਤੀ ਹੁੰਦਾ ਜਿਹੜਾ ਸਰਪੰਚ ਬਣਨ ਦੇ ਗੁਣ ਰੱਖਦਾ। ਗੁਣਾਂ ਦੇ ਵਿੱਚ ਉਹਦਾ ਚਿੱਟਾ ਕੁੜਤਾ ਪਜਾਮਾ, ਉਹਦੀ ਕੋਠੀ ਹੈ, ਉਹਦਾ ਕਾਰੋਬਾਰ ਹੈ। ਜਦ ਕਿ ਸਰਪੰਚ ਦਾ ਜਿਹੜਾ ਖੜਪੈਂਚ ਨਹੀਂ ਹੈ। ਹਾਂ, ਕਾਨੂੰਨ ਕਹਿੰਦਾ ਕਿ ਸਰਪੰਚ ਉਹ ਹੋਏਗਾ ਜਿਹੜਾ ਪਿੰਡ ਦਾ ਕਾਰੋਬਾਰ, ਪਿੰਡ ਦਾ ਹਿਸਾਬ ਕਿਤਾਬ ਸਾਰੇ ਲੋਕਾਂ ਨੂੰ ਨਾਲ ਲੈ ਕੇ ਸੰਭਾਲ ਸਕਦਾ। ਸਾਡਾ ਬੇਸਿਕ ਨੁਕਤਾ ਹੀ ਗਲਤ ਹੈ ਕਿ ਅਸੀਂ ਪਿਛਲੇ 70 ਸਾਲਾਂ ਦੇ ਅੰਦਰ ਡੈਮੋਕ੍ਰੇਸੀ ਕੀ ਹੈ ਉਹ ਨਹੀਂ ਪਹੁੰਚਾ ਸਕੇ ਲੋਕਾਂ ਤੱਕ, ਕਿ ਐਗਜ਼ੈਕਟਲੀ ਲੋਕਤੰਤਰ ਚ ਲੋਕਾਂ ਦਾ ਕੰਮ ਐਕਚੁਅਲੀ ਥੱਲੋਂ ਡੈਮੋਕ੍ਰੇਸੀ ਇਹ ਸੀ, ਇੱਥੋਂ ਲੋਕਾਂ ਦੀ ਪ੍ਰੈਕਟਿਸ ਹੋਣੀ ਸੀ, ਕਿਉਂਕਿ ਉਹਨਾਂ ਨੇ ਆਪ ਗੱਲ ਕਰਨੀ ਸੀ, ਆਪ ਫੈਸਲਿਆਂ ਦੇ ਵਿੱਚ ਹਿੱਸਾ ਪਾਣਾ ਸੀ, ਫਿਰ ਉਹਨਾਂ ਨੇ ਉਹਨਾਂ ਹੀ ਫੈਸਲਿਆਂ ਨੂੰ ਇੰਪਲੀਮੈਂਟ ਹੁੰਦੇ ਦੇਖਣਾ ਸੀ ਕਿ ਅੱਛਾ ਸੱਤਾ ਰਿਐਕਟ ਕਰਦੀ ਹੈ, ਅਸੀਂ ਫੈਸਲਾ ਲਿਆ, ਉੱਪਰੋਂ ਡਿਪਟੀ ਕਮਿਸ਼ਨਰ ਕਹਿ ਰਿਹਾ ਕਿ ਇਹ ਕਰਨਾ ਪਏਗਾ ਭਾਈ, ਗ੍ਰਾਮ ਸਭਾ ਦਾ ਮਤਾ ਆ ਗਿਆ। ਹੁਣ ਲੋਕਾਂ ਨੂੰ ਲੱਗਦਾ ਡੀਸੀ ਕੋਲੋਂ ਜਾ ਕੇ ਮੰਗਿਆ, 2 ਵਾਰੀ ਹੱਥ ਵੀ ਜੋੜੇ ਨੇ, ਕਿਸੇ ਸਿਆਣੇ ਨੂੰ ਨਾਲ ਲੈ ਜਾਓ, ਸ਼ਾਇਦ ਕਿਤੇ ਇਸ ਵਾਰੀ ਗੱਲ ਮੰਨ ਜੇ, ਨਹੀਂ ਤਾਂ ਅਗਲੀ ਵਾਰੀ ਆਪਾਂ ਮਿਹਨਤ ਤਰਲਾ ਕਰਦੇ ਰਹਾਂਗੇ। ਅਜੇ ਰਿਵਰਸ ਡੈਮੋਕ੍ਰੇਸੀ ਦੇ ਵਿੱਚ ਆਂ। ਬੇਸਿਕਲੀ ਜਨਤਾ ਦਾ ਸਵਾਲ ਹੱਥ ਜੋੜਨਾ ਤੇ ਲੀਡਰ ਦਾ ਕੰਮ ਕਰਨਾ, ਦੋ ਤਰੀਕੇ ਨਾਲ ਅਸੀਂ ਡਿਵੀਜ਼ਨ ਕਰ ਦਿੱਤੀ। ਜਦ ਕਿ ਜਨਤਾ ਦਾ ਕੰਮ ਹੈ ਗ੍ਰਾਮ ਸਭਾ ਦੇ ਅੰਦਰ ਆਪਣੇ ਤਰੀਕੇ ਦੇ ਫੈਸਲੇ ਲਾਗੂ ਕਰਵਾਉਣਾ, ਉਹ ਜਨਤਾ ਨੂੰ ਦੱਸਿਆ ਹੀ ਨਹੀਂ ਜਾਂਦਾ ਬਲਕਿ ਛੁਪਾਇਆ ਜਾਂਦਾ। ਤੇ ਜੇ ਤੁਹਾਡੇ ਮੇਰੇ ਵਰਗਾ ਕੋਈ ਵਿਅਕਤੀ ਜਾ ਕੇ ਗੱਲ ਕਰੇ ਜੀ ਮੇਰਾ ਅਧਿਕਾਰ ਹੈ, ਤੇ ਉਹਨੂੰ ਕਿਸ ਤਰ੍ਹਾਂ ਡੀਲ ਕੀਤਾ ਜਾਂਦਾ ਸੀ ਸਾਰੇ ਜਾਣਦੇ। 13,000 ਪਿੰਡਾਂ ਦੇ ਵਿੱਚ ਜੇ ਤੁਸੀਂ ਪੰਜਾਬ ਦੇ ਵਿੱਚ ਇਹ ਪਾਰਲੀਮੈਂਟਰੀ ਇਜਲਾਸ, ਮਿੰਨੀ ਪਾਰਲੀਮੈਂਟ ਪੰਜਾਬ ਦੇ ਵਿੱਚ ਕਰ ਲੈਂਦੇ, ਤੇ ਫਿਰ ਮੈਨੂੰ ਲੱਗਦਾ ਹੈ ਵੀ ਸੀਐਮ ਸਾਹਿਬ ਦਾ ਵਿਆਹ ਡਿਸਕਸ ਕਰਨ ਜੋਗੀ ਜਗ੍ਹਾ ਹੀ ਨਹੀਂ ਸੀ ਮਿਲਣੀ ਕਿਧਰੇ, ਕਿਉਂਕਿ ਲਾਲਾ ਹੋਈ ਹੋਣੀ ਸੀ ਵੀ ਪੰਜਾਬ ਦੇ ਲੋਕਾਂ ਨੇ ਆਪਣੇ ਸੁਪਨਿਆਂ ਬਾਰੇ ਕੀ ਫੈਸਲੇ ਲੈ ਲਏ ਨੇ, ਤੇ ਸਰਕਾਰ ਨੂੰ ਕਿਹੜੇ ਮਤੇ ਪਾਸ ਕਰਕੇ ਭੇਜ ਦਿੱਤੇ ਨੇ, ਤੇ ਸਰਕਾਰ ਨੂੰ ਤੇ ਪੂਰਾ ਕੰਮ ਦਿੱਤਾ ਹੋਣਾ ਸੀਗਾ ਕਿ ਤੁਸੀਂ, ਕਿਉਂਕਿ ਇਜਲਾਸ ਜਿਸ ਤਰੀਕੇ ਨਾਲ ਕੀਤੇ ਨੇ ਇਹ ਮੁਸ਼ਕਲ ਹੈ। ਹੁਣ ਜੇ ਸਰਕਾਰ ਕਹਿ ਰਹੀ ਹੈ ਕਿ ਇਜਲਾਸ ਕਰੋ, ਤਾਂ ਫਿਰ ਸੋਚਣ ਦੀ ਲੋੜ ਹੈ ਕਿ ਇਹ ਜਿਹੜੀ ਸ਼ਕਤੀ ਤੁਹਾਨੂੰ ਮਿਲੀ ਹੈ ਇਹਦੀ ਤੁਸੀਂ ਵਰਤੋਂ ਕਿਉਂ ਨਹੀਂ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਪੰਜਾਬ ਦੇ ਵਿੱਚ ਗ੍ਰਾਮ ਸਭਾ ਦੇ ਇਜਲਾਸ ਜਿਹੜੇ ਜੂਨ ਦੇ ਮਹੀਨੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਏ ਨੇ, ਜਾਂ ਸੱਚਮੁੱਚ ਹੋਏ ਨੇ, ਕੁਝ ਮੰਤਰੀ ਸਾਹਿਬ ਦੇ ਕਹਿਣ ਤੇ ਹੋਏ ਨੇ, ਕੁਝ ਕਾਗਜ਼ਾਂ ਦੇ ਵਿੱਚ ਕਰਵਾ ਲਏ ਗਏ ਨੇ, ਪਰ ਇਹ ਨਹੀਂ ਹੋ ਸਕਦਾ ਕਿ ਪੰਜਾਬ ਦਾ ਕੋਈ ਪਿੰਡ ਹੋਵੇ ਜਿਹਦੇ ਵਿੱਚ ਗ੍ਰਾਮ ਸਭਾ ਦਾ ਇਜਲਾਸ ਨਾ ਹੋਇਆ ਹੋਵੇ, ਕਿਉਂਕਿ ਜੇ ਨਾ ਹੋਇਆ ਹੋਵੇ ਤੇ ਫਿਰ ਤੁਹਾਡਾ ਸਰਪੰਚ ਹੁਣ ਤੱਕ ਸਸਪੈਂਡ ਹੋ ਗਿਆ ਹੋਣਾ ਤੇ ਸਾਰੇ ਪਿੰਡ ਵਿੱਚ ਖਬਰ ਫੈਲੀ ਹੋਣੀ ਹੈ। ਸਾਡੇ ਨਾਲ ਇਸ ਚਰਚਾ ਵਿੱਚ ਸਰਦਾਰ ਹਮੀਰ ਸਿੰਘ ਜੀ ਸ਼ਾਮਲ ਨੇ, ਜਿਹੜੇ ਪੰਚਾਇਤੀ ਰਾਜ ਦੇ ਐਕਸਪਰਟ ਨੇ ਪੰਜਾਬ ਦੇ ਵਿੱਚ, ਅਤੇ ਪ੍ਰਭਪ੍ਰੀਤ ਸਿੰਘ ਜੀ ਜਿਹੜੇ ਰਿਸਰਚ ਕਰ ਰਹੇ ਨੇ ਇਹਨਾਂ ਹੀ ਮੁੱਦਿਆਂ ਦੇ ਉੱਤੇ। ਹਮੀਰ ਸਿੰਘ ਜੀ, ਅਸੀਂ ਮੋਟਾ ਇਹ ਸਮਝਦੇ ਹਾਂ ਕਿ ਜਿਸ ਵੇਲੇ ਡੈਮੋਕ੍ਰੇਸੀ ਥੱਲੇ ਤੱਕ ਪਹੁੰਚਾਈ ਗਈ, ਇੱਕ 3rd ਟਾਇਰ ਬਣਾਇਆ ਗਿਆ, ਉੱਪਰ MP, ਫਿਰ MLA ਤੇ ਹੇਠਾਂ ਪਿੰਡ ਦੇ ਵਿੱਚ ਜਿਹੜੀ ਹੈ ਉਹ ਪੰਚਾਇਤ ਤੇ ਗ੍ਰਾਮ ਸਭਾ ਦਾ ਕਨਸੈਪਟ। ਦੂਸਰੇ ਪਾਸੇ ਮਨਰੇਗਾ ਜਿਹੜੀ ਇੱਕ ਰੋਜ਼ਗਾਰ ਗਰੰਟੀ ਯੋਜਨਾ ਸੀ, ਉਹ ਸਾਨੂੰ ਸਮਝ ਆਉਂਦਾ ਹੈ ਕਿ ਜਿੱਥੇ ਲੋਕਾਂ ਨੂੰ ਕੰਮ ਨਹੀਂ ਮਿਲਦਾ ਉਹਨਾਂ ਨੂੰ ਰੋਜ਼ਗਾਰ ਪ੍ਰੋਵਾਈਡ ਕਰਨ ਲਈ ਇੱਕ ਸਕੀਮ ਬਣਾਈ ਗਈ ਹੈ, ਤੇ ਉਹਦੇ ਥੱਲੇ ਗਰੰਟੀ ਇਹ ਹੈ ਕਿ ਪੂਰੇ ਸਾਲ ਦੇ ਵਿੱਚ ਘੱਟੋ ਘੱਟ 100 ਦਿਨ ਕਿਸੇ ਨੂੰ ਰੋਜ਼ਗਾਰ ਦੀ ਗਰੰਟੀ ਹੈ। ਜੇ ਰੋਜ਼ਗਾਰ ਨਹੀਂ ਮਿਲੇਗਾ ਤਾਂ ਫਿਰ ਉਹਨੂੰ ਬੇਰੁਜ਼ਗਾਰੀ ਭੱਤਾ ਮਿਲੇਗਾ। ਇਹ ਦੋਨੋਂ ਮੁੱਦੇ ਕਿੱਥੇ ਆ ਕੇ ਜੁੜਦੇ ਨੇ? ਗ੍ਰਾਮ ਸਭਾ ਤੇ ਮਨਰੇਗਾ ਦੇ ਆਪਸੀ ਰਿਸ਼ਤੇ ਕੀ ਨੇ? ਅਸਲ ਦੇ ਵਿੱਚ ਮਨਰੇਗਾ ਗ੍ਰਾਮ ਸਭਾ ਤੋਂ ਬਿਨਾਂ ਲਾਗੂ ਹੋ ਹੀ ਨਹੀਂ ਸਕਦੀ ਸਹੀ ਤਰੀਕੇ ਨਾਲ। ਜੇ ਉਹ ਨਹੀਂ ਹੁੰਦੀ ਤਾਂ ਉਹ ਪ੍ਰੈਕਟੀਕਲੀ ਨਹੀਂ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ ਜੇ ਚਾਹੇ ਵੀ। ਉਹਦਾ ਕਾਰਨ ਇਹ ਹੈ ਕਿ ਮਨਰੇਗਾ ਦਾ ਹਰ ਸਾਲ ਲੇਬਰ ਬਜਟ ਜਿਹੜਾ ਤਿਆਰ ਹੈ ਉਹ ਗ੍ਰਾਮ ਸਭਾ 'ਚ ਹੋਣਾ। ਮਤਲਬ ਸਾਡੇ ਕਿੰਨੇ ਜੌਬ ਕਾਰਡ ਬਣੇ ਨੇ, 282 ਰੁਪਏ ਦਿਹਾੜੀ ਆ, ਉਹਦੇ ਨਾਲ ਬੰਦਾ ਗੁਣਾ ਕਰਦਾ ਹੈ, 1 ਸਾਲ 'ਚ 100 ਦਿਨ ਦੇ ਕੰਮ ਲਈ ਸਾਡਾ ਕਿੰਨਾ ਬਜਟ ਲੱਗੂਗਾ, ਇਹ ਗ੍ਰਾਮ ਸਭਾ ਪਾਸ ਕਰਦੀ ਹੈ। ਫਿਰ ਜਾ ਕੇ ਬਲਾਕ ਨੂੰ ਜਾਂਦਾ ਹੈ, ਫਿਰ ਅੱਗੇ ਜਾਂਦਾ, 4 ਮਹੀਨੇ ਦਾ ਇਹ ਪ੍ਰੋਸੈਸ ਹੈ, ਤਾਂ ਕਿ ਦਸੰਬਰ ਤੱਕ ਇਹ ਗਵਰਨਮੈਂਟ ਆਫ ਇੰਡੀਆ ਕੋਲ ਜਾਂਦਾ ਹੈ। ਇਹ ਕਾਨੂੰਨੀ ਜ਼ਰੂਰਤ ਹੋਵੇ ਉਹਨੇ ਪੈਸੇ ਗਵਰਨਮੈਂਟ ਨੇ ਦੇਣੇ ਹੁੰਦੇ। ਅਸੀਂ ਹੇਠੋਂ ਡਿਮਾਂਡ ਦੇਣੇ ਪੈਂਦੇ ਨੇ, ਕਿਉਂਕਿ ਇਹ ਫੰਡਾਮੈਂਟਲ ਰਾਈਟ ਬਣ ਗਿਆ, ਇਹ ਹੁਣ ਬੁਨਿਆਦੀ ਹੱਕ ਹੈ। ਇਹ ਮਨਰੇਗਾ ਇੱਕ ਹੋਰਾਂ ਸਕੀਮਾਂ ਵਰਗੀ ਸਕੀਮ ਨਹੀਂ ਹੈ, ਇਹ ਐਕਟ ਦੇ ਤਹਿਤ ਹੈ, ਇੱਕ ਬੁਨਿਆਦੀ ਹੱਕ ਦੇ ਤੌਰ ਤੇ। ਇਸੇ ਕਰਕੇ ਇਸ ਡਿਫਰੈਂਸ ਨੂੰ ਦਰਸ਼ਕ ਸਮਝ ਲੈਣ ਧਿਆਨ ਨਾਲ। ਹਿੰਦੁਸਤਾਨ ਦੇ ਵਿੱਚ ਸੈਂਕੜੇ ਹਜ਼ਾਰਾਂ ਸਕੀਮਾਂ ਨੇ ਤੇ ਫਿਰ ਇੱਕ ਮਨਰੇਗਾ ਸਕੀਮ ਹੈ। ਇਹ ਸਾਰੀਆਂ ਸਕੀਮਾਂ ਤੋਂ ਬਿਲਕੁਲ ਵੱਖ ਹੈ। ਉਹ ਇਸ ਕਰਕੇ ਕਿ ਬਾਕੀ ਸਕੀਮਾਂ 'ਚ ਜਿੰਨਾ ਕੇਂਦਰ ਪੈਸਾ ਦੇਵੇ ਉਹਨਾਂ ਤੁਸੀਂ ਕੰਮ ਕਰ ਸਕਦੇ ਹੋ। ਮਨਰੇਗਾ ਇਹੋ ਜਿਹੀ ਸਕੀਮ ਹੈ ਕਿ ਜਿੰਨਾ ਪੈਸਾ ਤੁਸੀਂ ਮੰਗੋਗੇ ਉਹਨਾਂ ਪੈਸਾ ਕੇਂਦਰ ਨੂੰ ਦੇਣਾ ਪੈਂਦਾ ਹੈ। ਇਹ ਡਿਮਾਂਡ ਇਲਾਸਟਿਕ ਸਕੀਮ ਹੈ। ਜਿੰਨਾ ਪੈਸਾ ਮੰਗੋਗੇ, ਜਿੰਨਾ ਪਿੰਡ ਦੇ ਵਿੱਚੋਂ ਡਿਮਾਂਡ ਜਾਏਗੀ ਗ੍ਰਾਮ ਸਭਾ ਦੇ ਵਿੱਚੋਂ, ਉਹਨਾਂ ਪੈਸਾ ਕੇਂਦਰ ਦੇਣਾ ਪੈਂਦਾ, ਘੱਟੋ ਘੱਟ ਸੰਵਿਧਾਨ ਦੇ ਵਿੱਚ, ਕਾਨੂੰਨ ਦੇ ਵਿੱਚ। ਹਾਂ, ਤੇ ਇਸੇ ਕਰਕੇ ਵੱਖਰਾ, ਇਸੇ ਕਰਕੇ ਇਹ ਟਾਈਮ ਬਾਉਂਡ ਹੈ ਸਾਰੀ। ਬਾਕੀ ਕੋਈ ਕਾਨੂੰਨ ਇਹੋ ਜਿਹਾ ਟਾਈਮ ਬਾਉਂਡ ਨਹੀਂ। ਤੁਹਾਨੂੰ ਵਿਧਵਾ ਪੈਨਸ਼ਨ ਨਹੀਂ 6 ਮਹੀਨੇ ਮਿਲੀ, ਕੋਈ ਗੱਲ ਨਹੀਂ, 3 ਮਹੀਨੇ ਨਹੀਂ, ਫੇਰ ਦੇ ਦਾਂਗੇ, ਅੱਜ ਸਾਡੇ ਕੋਲ ਪੈਸੇ ਨਹੀਂ ਸੀ। ਇੱਥੇ ਮੰਤਰੀ ਆਪਾਂ ਵਿਧਾਨ ਸਭਾਵਾਂ 'ਚ ਜਾਂ ਪਾਰਲੀਮੈਂਟ 'ਚ ਆਮ ਸੁਣਦੇ ਆ ਵੀ ਪੈਸੇ ਮਿਲਣ ਜਾਣ ਤੇ ਜੀ ਇਹ ਮੁਕੰਮਲ ਹੋ ਜਾਊਗਾ। ਇਹਦੇ 'ਚ ਇਸੇ ਕਰਕੇ ਇਹ ਹੈ ਕਿ ਬੰਦੇ ਨੇ, ਕਿਉਂਕਿ 365 ਦਿਨਾਂ 'ਚੋਂ 100 ਦਿਨ ਮਿਲਣਾ, ਕਿਹੜੇ 100 ਦਿਨ ਉਹਨੇ ਲੈਣੇ ਨੇ,
ਇਹ ਉਹ ਬੰਦੇ ਨੇ ਡਿਸਾਈਡ ਕਰਨਾ ਜਿਹਨੇ ਅੱਛਾ, ਕੰਮ ਮੇਰੀ ਕਰਨਾ ਮਰਜ਼ੀ ਹੈ। ਮੇਰੀ ਮਰਜ਼ੀ ਹੈ। ਅੱਛਾ ਵੀ ਮੈਂ ਅਪ੍ਰੈਲ ਦੇ ਮਹੀਨੇ ਕੰਮ ਨਹੀਂ ਕਰਨਾ, ਮੈਂ ਤਾਂ ਮਈ ਚ ਕਰਾਂਗਾ। ਮੈਂ ਮੈਰਿਜ ਕਰੂੰਗਾ। 14 ਦਿਨ ਤੋਂ ਘੱਟ ਨਹੀਂ ਤੁਸੀਂ ਪਹਿਲੀ ਵਾਰ ਕੰਮ ਮੰਗ ਸਕਦੇ, ਵੱਧ ਤੋਂ ਵੱਧ 100 ਜਦੋਂ ਚਾਹੇ ਇਕੱਠਾ 14 ਦਿਨ ਤੋਂ ਘੱਟ 14 ਦਿਨ ਦਾ ਮੈਂ ਕੰਮ ਮੰਗਾਂਗਾ। ਹਾਂ। ਇਹ ਪੰਜਾਬ 'ਚ ਇੱਕ ਡਰਾਮਾ 6 ਦਿਨ ਵਾਲਾ ਬੜਾ ਚੱਲਦਾ। ਉਹੀ ਸਭ ਤੋਂ, ਇਹ ਸਾਰੇ ਹੀ ਗੈਰ ਕਾਨੂੰਨੀ ਹੈ ਨਾ ਤੇ ਗੈਰ ਸੰਵਿਧਾਨਕ ਹੈ। ਮਤਲਬ ਅਫਸਰ ਹੀ ਗੈਰ ਕਾਨੂੰਨੀ ਕੰਮ ਕਰ ਰਹੇ ਨੇ। ਟੋਟਲ ਇਹਨਾਂ ਨੇ ਸਰਕਾਰ 6 ਕਰ ਦਿਨ ਰਹੀ ਹੈ। ਬਣਾ ਕੇ ਕੱਲਾ ਅਫਸਰ ਦੇ ਕੀ, ਹਾਂ। ਕੱਲੇ ਅਫਸਰ ਨੂੰ ਨਹੀਂ ਤਾਂ ਉੱਪਰਲਾ ਵੀ ਪੁੱਛੇ, ਸਰਕਾਰ ਕਰ ਰਹੀ ਹੈ ਮਿਲ ਕੇ ਸਾਰਾ ਗੈਰ ਕਾਨੂੰਨੀ। ਉਹ ਕਹਿੰਦੇ ਜੀ ਅਸੀਂ ਸਿਫਟਾਂ ਬਣਾਤੀਆਂ ਕਿਉਂਕਿ ਸਾਰਿਆਂ ਨੂੰ ਪੂਰਾ ਦੇ ਨਹੀਂ ਸਕਦੇ। ਇਹਨਾਂ ਨੇ ਆਪਣੀ ਅਲੱਗ ਪਾਰਲੀਮੈਂਟ ਖੋਲੀ ਹੋਈ ਹੈ, ਇਹਨਾਂ ਨੇ ਕਾਨੂੰਨ ਦੇਸ਼ ਦਾ ਅਲੱਗ ਬਦਲ ਲਿਆ। ਕਾਨੂੰਨ ਹੀ ਅਲੱਗ ਬਣਾਤਾ ਸਿੰਪਲ ਤਰੀਕੇ ਦਾ ਆਪਦਾ, ਵੀ ਸਾਨੂੰ ਤਾਂ ਇਹ ਸ਼ੂਟ ਕਰਦਾ ਜੀ ਆਪਾਂ ਇਹ ਕਾਨੂੰਨ ਬਣਾ ਲਿਆ। ਕਦੇ ਕੋਈ ਕਾਰਵਾਈ ਕਿਸੇ ਨੇ ਸੂ ਮੋਟੋ ਕਿਸੇ ਨੇ ਕੋਈ ਗੱਲ ਕੋਈ ਕੀਤੀ ਗਈ ਹੋਵੇ, ਉਹਦੇ ਪਿੱਛੇ ਰੀਜਨ ਵੀ ਇੱਕ ਇਹ ਹੈ ਕਿਉਂਕਿ ਇਹ ਗੱਲਾਂ ਵੀ ਜੇਕਰ ਹੋਣ, ਗ੍ਰਾਮ ਸਭਾਵਾਂ ਬੈਠਣ, ਉੱਥੇ ਕੋਈ ਉਹ ਬੰਦਾ ਕਹੋ ਮੈਨੂੰ 6 ਦਿਨ ਦਾ ਕਿਵੇਂ ਮਿਲ ਸਕਦਾ, ਮੈਨੂੰ ਤਾਂ 14 ਦਿਨ ਤੋਂ ਘੱਟ ਨਹੀਂ ਮਿਲਦਾ, ਤਾਂ ਰੌਲਾ ਪਊਗਾ। ਤਾਂ ਉਸ ਪੱਧਰ ਦੇ ਉੱਤੇ ਇੱਕ ਅਵੇਅਰਨੈਸ ਜਾਗਰੂਕਤਾ ਵੀ ਆਊਗੀ ਸਾਰੇ ਬੰਦਿਆਂ ਨੂੰ ਜਿਸ ਲੈਵਲ ਦੀਆਂ ਚੀਜ਼ਾਂ ਨੇ। ਔਰ ਉਸ ਤੋਂ ਬਾਅਦ ਫਿਰ ਜੇਕਰ ਜਿੰਨਾ ਬਜਟ ਸਾਡੇ ਕੋਲ ਆ ਗਿਆ, ਇਹ ਇਕੱਲਾ ਬਜਟ ਨਹੀਂ, ਜਿੰਨੇ ਪ੍ਰੋਜੈਕਟ ਬਣਨੇ ਨੇ ਮਨਰੇਗਾ 'ਚ ਉਹ ਗ੍ਰਾਮ ਸਭਾ ਨੇ ਬਣਾਉਣੇ ਨੇ। 50% ਕਿਉਂਕਿ ਟੋਟਲ ਮਨਰੇਗਾ ਦੀ ਸਕੀਮ ਦੇ ਪ੍ਰੋਜੈਕਟ ਗ੍ਰਾਮ ਸਭਾ 'ਚ ਬਣਨੇ। ਕਿ ਮਨਰੇਗਾ ਤਾਂ ਪਿੰਡ ਦੇ ਮਜ਼ਦੂਰਾਂ ਬਾਰੇ ਹੁੰਦੀ ਹੈ, ਸਿਰਫ ਮਜ਼ਦੂਰਾਂ ਤੱਕ। ਇਹਦਾ ਖੇਤੀਬਾੜੀ ਨਾਲ ਕੀ ਸੰਬੰਧ ਹੈ, ਕਿਸਾਨਾਂ ਨਾਲ ਵੀ ਸੰਬੰਧ ਹੈ? ਇਹ ਵੀ ਇੱਕ ਗਲਤਫਹਿਮੀ ਅਸਲ 'ਚ ਇੱਥੋਂ ਸ਼ੁਰੂ ਕੀਤੀ ਗਈ ਹੈ। ਪਹਿਲੀ ਗੱਲ ਤਾਂ ਮਨਰੇਗਾ ਦੇ ਵਿੱਚ ਜਿਹੜਾ ਦਿਹਾੜੀ ਹੈ 100%, ਅੱਜ ਵੀ 37% ਨਾਨ ਦਲਿਤ ਮਨਰੇਗਾ 'ਚ ਕੰਮ ਕਰ ਰਹੇ ਆ। 37% ਜਿਹੜਾ 20,96,000 ਜੌਬ ਕਾਰਡ ਪੰਜਾਬ 'ਚ ਬਣਿਆ ਹੋਇਆ। ਓਕੇ, ਉਹਦੇ 'ਚ ਮਤਲਬ ਕੱਲਾ ਦਲਿਤ ਨਹੀਂ ਹੈ, 37% ਨਾਨ ਦਲਿਤ ਹੈ। ਉਹਦੇ 'ਚ ਪੰਡਤਾਂ ਦੇ ਜਿਹੜੇ ਗਰੀਬ ਘਰ ਨੇ ਉਹ ਵੀ ਜਾਂਦੇ ਨੇ, ਉਹ ਤੇ ਕੋਈ ਬੰਦਸ ਨਹੀਂ ਹੈ, ਉਹਦੇ ਤੇ ਕੋਈ ਕਾਸਟ ਦੀ ਗੱਲ ਨਹੀਂ ਹੈ। ਲਗਭਗ 21 ਲੱਖ ਜੌਬ ਕਾਰਡ ਨੇ ਪੰਜਾਬ ਦੇ ਵਿੱਚ। ਹਾਂ, ਲਗਭਗ 21 ਲੱਖ ਜੌਬ ਕਾਰਡ ਨੇ, 32 ਲੱਖ ਟੋਟਲ ਪਿੰਡੂ ਪਰਿਵਾਰ। 100 ਦਿਹਾੜੀਆਂ ਤਾਂ ਨਹੀਂ ਇਹ ਦੇ ਰਹੇ? ਨਹੀਂ, 39 ਦਿਹਾੜੀਆਂ ਕੇਵਲ ਐਵਰੇਜ ਉਹਨੂੰ ਮਿਲੀਆਂ ਨੇ ਜਿਹੜੇ ਐਕਟਿਵ ਜੌਬ ਕਾਰਡ ਨੇ, ਜਿਹਨੂੰ ਇਹ ਕਹਿੰਦੇ ਨੇ। ਐਕਟਿਵ ਦਾ ਮਤਲਬ ਹੈ ਜਿਹਨੇ 20 ਦਿਨ ਘੱਟੋ ਘੱਟ 10 ਦਿਨ 100 ਦੇਣੀਆਂ ਸੀ, 39 ਮਿਲੀਆਂ ਨੇ। ਤੇ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੀ ਰਿਪੋਰਟ ਕਹਿ ਰਹੀ ਹੈ ਕਿ ਇਹਨਾਂ ਨੂੰ 150 ਦੇਣੀਆਂ ਚਾਹੀਦੀਆਂ ਨੇ। 150 ਦੇਣੀਆਂ ਚਾਹੀਦੀਆਂ ਨੇ ਤੇ ਉਹ ਇੰਨੇ ਵੀ ਨਹੀਂ ਮਿਲੀਆਂ ਪ੍ਰੈਕਟੀਕਲੀ। ਜੇ ਸਾਰੇ ਜੌਬ ਕਾਰਡਾਂ ਦੇ ਅਗੇਂਸਟ ਲਾਓਗੇ ਤਾਂ ਉਹ 20 ਦੇ ਨੇੜੇ ਚਲੀਆਂ ਜਾਂਦੀਆਂ ਨੇ ਐਵਰੇਜ, ਕਿ ਤੁਸੀਂ 20 ਦਿਨ ਕੰਮ ਦੇ ਰਹੇ ਹੋ, 22 ਦਿਨ ਕੰਮ ਦੇ ਰਹੇ ਹੋ, ਉਹਨਾਂ ਕੰਮ ਨਹੀਂ ਦੇ ਰਹੇ। 3 ਦਹਾਕਿਆਂ ਬਾਅਦ ਇਹ ਸ਼ੇਮਫੁਲ ਪਰਫਾਰਮੈਂਸ ਹੈ। ਇਹੀ ਕੁਐਸਚਨ ਹੈ। ਅੱਜ ਤੱਕ ਤੁਸੀਂ ਕਿਸੇ ਪਿੰਡ 'ਚ ਚਲੇ ਜਾਓ, ਉਹਨੂੰ ਇਹ ਨਹੀਂ ਪਤਾ ਕਿ ਅਰਜੀ ਲਿਖ ਕੇ ਤੇ ਕੰਮ ਮਿਲਦਾ। ਉਹਨੂੰ ਇਹ ਵੀ ਨਹੀਂ ਪਤਾ ਜਿਹੜੇ ਵਰਕਰ, ਜਿੱਥੇ ਤੱਕ ਇਹ ਅਵੇਅਰਨੈਸ ਕਿਹਨੇ ਫੈਲਾਉਣੀ ਸੀ, ਇਹਦੇ 'ਚ ਗਵਰਨਮੈਂਟ ਤਾਂ ਫਲॉप ਹੈ ਹੀ ਹੈ। ਮਤਲਬ ਗਵਰਨਮੈਂਟ ਤਾਂ ਜਾਣਬੁੱਝ ਕੇ ਅਫਸਰਾਂ ਦੀ ਜਾਂ ਪੋਲੀਟੀਸ਼ੀਅਨ ਦੀ ਆਪਣੀ ਕੋਈ ਗੱਲ ਹੋਏਗੀ, ਪਰ ਇਹਦੇ 'ਚੋਂ ਜਨਤਕ ਜਥੇਬੰਦੀਆਂ, ਉਹ ਟ੍ਰੇਡ ਯੂਨੀਅਨਾਂ, ਉਹ ਪਾਰਟੀਆਂ ਜਿਹੜੀਆਂ ਕਹਿੰਦੀਆਂ ਨੇ ਅਸੀਂ ਲੋਕਾਂ ਲਈ ਕੰਮ ਕਰ ਕੀ ਰਹੀਆਂ ਨੇ, ਉਹ ਕੀ ਕਰ ਰਹੀਆਂ ਨੇ? ਸਿਆਸਤ ਹੈ ਹੀ ਪਈ ਹੈ। ਇਹ ਉਹਨਾਂ ਤੇ ਵੀ ਸਵਾਲ ਆਉਂਦਾ ਬਹੁਤ ਵੱਡਾ ਕਿ ਤੁਸੀਂ ਇੰਨੀ ਜਾਣਕਾਰੀ ਤਾਂ ਦੇ ਦਿਓ ਕਿ ਪਾਰਟੀਆਂ ਦਾ ਮਾੜਾ ਹਾਲ ਕਿਉਂ ਹੈ ਵੀ ਦਿਸ ਰਿਹਾ ਨਾ, ਕਿ ਸਿਆਸਤ ਤਾਂ ਹੀ ਕਰਨੀ ਸੀ ਲੋਕਾਂ ਦੀ। ਔਰ ਇਹਦੇ 'ਚ ਕੋਈ ਪੈਸੇ ਨਹੀਂ ਲੱਗਦੇ ਪੰਜਾਬ ਸਰਕਾਰ ਦੇ। ਖੇਤੀ ਲਈ ਜਿਹੜਾ ਆਪਾਂ ਗੱਲ ਕਰਦੇ ਸੀ, 60% ਪੈਸਾ ਇਹਦਾ ਮਟੀਰੀਅਲ ਕਾਸਟ ਦਾ, 60% ਤਾਂ ਆਉਂਦਾ ਹੈ ਦਿਹਾੜੀ ਤੇ ਖਰਚ, 40% ਮਟੀਰੀਅਲ ਕਾਸਟ ਹੈ। ਉਸ ਕਾਸਟ ਦਾ 60%, ਓਕੇ, ਉਹ ਤਿੰਨ ਚੀਜ਼ਾਂ ਤੇ ਖਰਚ ਹੋਣਾ ਹੈ: ਪਾਣੀ ਬਚਾਉਣ ਤੇ, ਰੁੱਖ ਲਗਾਉਣ ਤੇ ਜ਼ਮੀਨ ਦੀ ਕੁਆਲਿਟੀ ਸੁਧਾਰਨ ਤੇ। ਇਹ ਤਾਂ ਮਜ਼ਦੂਰ ਦੇ ਕੋਲ ਨਹੀਂ ਤਿੰਨੇ ਚੀਜ਼ਾਂ। ਸਾਰੇ ਲੈਂਡ ਓਨਿੰਗ ਕਲਾਸ ਦਾ ਇਹ ਤਾਂ ਸਾਰਾ ਫਾਇਦਾ, ਜਿਨ੍ਹਾਂ ਦੀ ਜ਼ਮੀਨਾਂ ਉਹਨਾਂ ਦਾ ਫਾਇਦਾ। ਫਿਰ ਜਿਹੜੇ 5 ਏਕੜ ਤੱਕ ਵਾਲੇ ਕਿਸਾਨ ਨੇ, ਉਹ ਆਪਣੀ ਖੇਤ ਦੇ ਵਿੱਚ ਹੀ ਕੰਮ ਕਰਕੇ ਮਨਰੇਗਾ ਦੀ ਦਿਹਾੜੀ ਲੈਣ ਦੇ ਹੱਕਦਾਰ ਨੇ। ਆ ਹੁਣੇ ਐਤਕੀ ਇੱਕ ਵਿਧਾਨ ਸਭਾ 'ਚ ਕੁਐਸਚਨ ਆਇਆ, ਹੁਣ ਤੱਕ ਇਹ ਮੰਨਦੇ ਹੀ ਨਹੀਂ ਸਾਰੇ ਵੀ ਨਹੀਂ ਇਹ ਹੈ ਨਹੀਂ ਜੀ ਪੰਜਾਬ 'ਚ। ਮੰਨਦੇ ਨਹੀਂ ਮਤਲਬ ਕਿਤਾਬ ਖੋਲ ਕੇ ਪੜ੍ਹਨੀ ਨਹੀਂ ਆਪਾਂ। ਹਾਂ, ਜਿਹੜੀ ਸੋਧ ਹੋ ਗਈ ਕਾਨੂੰਨ ਦੇ ਵਿੱਚ ਆਪਾਂ ਜਾਣਨਾ ਨਹੀਂ ਹੈ। ਬਿਲਕੁਲ। ਤੇ ਇੱਕ ਵੀਡੀਓ ਦਾ 90 ਦਾ ਵੀਡੀਓ ਸੀਗਾ, ਉਹ ਬੰਦੇ ਚਲੇ ਗਏ ਕਿਸਾਨ, ਉਹ ਕਹਿੰਦਾ ਇਹ ਹੈ ਨਹੀਂ ਜੀ, ਕਹਿੰਦਾ ਮੈਂ ਪੜ੍ਹਿਆ ਜੀ, ਮੈਂ ਪੜ੍ਹਦਾ ਇਹਨੂੰ। ਮੈਂ ਕਿਹਾ ਭਾਈ ਸਾਹਿਬ ਤੁਸੀਂ ਮੇਰੇ ਕਰਕੇ, ਉਹਨੇ ਮੈਨੂੰ ਫੋਨ ਕਰਤਾ। ਮੈਂ ਕਿਹਾ ਜੀ ਕਈ ਵਾਰ ਗਲਤੀ ਮੈਨੂੰ ਵੀ ਲੱਗ ਜਾਂਦੀ, ਇੱਕ ਵਾਰ 'ਚ ਨਹੀਂ ਸਮਝ ਆਉਂਦੀ, 10 ਵਾਰ ਪੜ੍ਹਨੀ ਪੈਂਦੀ ਹੈ ਕੋਈ ਚੀਜ਼। ਤੁਸੀਂ ਮੇਰੇ ਕਰਕੇ ਇੱਕ ਵਾਰੀ ਮੇਰੀ ਰਿਕੁਐਸਟ ਉਹੀ ਪਹਿਰਾ ਦੁਬਾਰਾ ਪੜ੍ਹ ਲਓ। ਉਹ ਦੁਬਾਰਾ ਪਹਿਰਾ ਪੜ੍ਹਿਆ ਉਹਨੇ। ਦੇਸ਼ ਦੇ ਸੰਵਿਧਾਨ ਨੂੰ ਥੋੜਾ ਜਿਹਾ ਸੀਰੀਅਸਲੀ ਲੈ ਲਿਆ ਕਰੋ। ਉਹਨੇ ਦੁਬਾਰਾ ਟੈਲ ਮੀ ਵਨ ਥਿੰਗ, ਇਹਦੇ 'ਚ ਇੱਕੋ ਹੀ ਗੱਲ ਮੈਂ ਇਹ ਕਰਾਂ, ਐਤਕੀ ਦਾ ਆਹੀ ਦੱਸਦਾ ਤੁਹਾਨੂੰ ਜਿਹੜਾ ਅਸੈਂਬਲੀ 'ਚ ਆਇਆ। ਉਹ ਕਹਿੰਦਾ ਜੀ ਦਿੱਤੀ ਹੈ ਅਸੀਂ, ਹਾਂ ਕਿਸਾਨ ਲੈ ਸਕਦੇ ਨੇ ਕੰਮ, ਤੇ ਦਿੱਤੀ ਕੀ ਹੈ 251 ਬੰਦਿਆਂ ਨੂੰ 10 ਸਾਲ 'ਚ ਕੰਮ ਦਿੱਤਾ ਹੈ। 10 ਸਾਲ 'ਚ 251? ਹਾਂ, ਕਿਸਾਨੀ 5 ਏਕੜ ਵਾਲਿਆਂ ਨੂੰ। ਉਹ ਵੀ ਜੈਨੂਅਨ ਹੈ, ਨਹੀਂ ਜੈਨੂਅਨ ਸਮਾਜ ਦੇ ਵਿੱਚ ਨਾ ਲਾਨਤ ਭੇਜਣ ਦਾ ਕੋਈ ਵਿਧਾਨ ਨਹੀਂ ਹੈਗਾ, ਇਸ ਲਈ ਮੈਂ ਸਿਰਫ ਗੁਰੇਜ਼ ਕਰ ਰਿਹਾ। ਬਟ ਟੈਲ ਮੀ ਪ੍ਰਪ੍ਰੀਤ ਵਨ ਥਿੰਗ, ਦਲਿਤ ਨੇ ਜੇ ਆਪਣੀ ਐਮਪਾਵਰਮੈਂਟ ਕਿਤੋਂ ਦੇਖਣੀ ਹੈ, ਜੇ ਉਹਨੇ ਅਸਰਸ਼ਨ ਆਪਣੀ ਕਿਤੋਂ ਬਣਾਣੀ ਸੀ, ਜਿਹੜੀਆਂ ਦਲਿਤਾਂ ਦੀਆਂ ਸੋ ਕਾਲਡ ਨੁਮਾਇਆ ਜਥੇਬੰਦੀਆਂ ਨੇ ਉਹ ਇਹਦੇ ਲਈ ਕਿਉਂ ਨਹੀਂ ਲੜ ਰਹੀਆਂ? ਤੇ ਜਿਹੜੀਆਂ ਕਿਸਾਨ ਯੂਨੀਅਨਸ ਨੇ
ਉਹ ਜਿਹੜੀਆਂ ਕਿਸਾਨੀ ਦੀ ਸਾਰੀ ਗੱਲ ਕਰਦੀਆਂ ਨੇ, ਜੇ ਕਿਸਾਨਾਂ ਲਈ ਉਹਦੇ ਵਿੱਚ ਇੰਨਾ ਪੈਸਾ ਪਿਆ ਤੇ ਉਹ ਡਿਮਾਂਡ ਇਲਾਸਟਿਕ ਪੈਸਾ ਜਿਹਦਾ ਥੱਲੋਂ ਡਿਮਾਂਡ ਜਾਣੀ ਹੈ, ਉਹ ਇਹਦੇ ਲਈ ਕਿਉਂ ਨਹੀਂ ਲੜ ਰਹੀਆਂ? ਅਸੀਂ ਇਹ ਲੜਾਈ ਪਿੰਡ ਦੇ ਵਿੱਚੋਂ ਮਿਸਿੰਗ ਕਿਉਂ ਦੇਖ ਰਹੇ ਹਾਂ ਕਿ ਇਹੋ ਜਿਹੇ ਸਮੇਂ ਜਦੋਂ ਸਾਰਾ ਪੰਜਾਬ ਤੇ ਕਹਿੰਦੇ ਨੇ ਮਤਲਬ ਲੜਾਈ ਲੜਨਾ ਸਿੱਖ ਗਿਆ ਹੋਇਆ, ਤੇ ਅਸੀਂ ਤਾਂ ਕਿਸਾਨ ਅੰਦੋਲਨ ਦੀ ਕਿਸੇ ਯੂਨੀਵਰਸਿਟੀ ਦੇ ਵਿੱਚੋਂ ਸਿੰਘੂ ਬਾਰਡਰ ਤੋਂ ਪੜ੍ਹ ਕੇ ਆਏ ਹੋਏ ਹਾਂ। ਵਾਈ ਡੋਂਟ ਆਈ ਸੀ ਦੋਜ਼ ਗ੍ਰੇਟ ਸਟਰਗਲਸ? ਦਰਅਸਲ ਸਰ ਅਸੀਂ ਪੰਜਾਬ ਦੀ ਜਿਹੜੀ ਸੱਚੀ ਦੱਸੋ, ਪਿੰਡ ਪੁਆੜਾ ਪਿਆ ਹੋਣਾ ਚਾਹੀਦਾ। ਸਰ ਅਸੀਂ ਪਿੰਡ ਦੀ ਕੰਪਲੈਕਸਿਟੀ ਨੂੰ ਇਗਨੋਰ ਕਰ ਰਹੇ ਹਾਂ ਤੇ ਲਗਾਤਾਰ ਕਰਦੇ ਆ ਰਹੇ ਹਾਂ। ਪਿੰਡ ਨੂੰ ਅਸੀਂ ਉਸ ਤਰੀਕੇ ਨਾਲ ਨਾ ਦੇਖੀਏ ਜਿਵੇਂ ਮੇਰਾ ਪਿੰਡ ਮਾਈ ਹੋਮ 'ਚ ਸਾਨੂੰ ਦਿਖਾਇਆ ਜਾਂਦਾ ਕਿ ਕੋਈ ਬਹੁਤ ਸੋਹਣੀ ਜਗ੍ਹਾ ਨਹੀਂ ਹੈ। ਪਿੰਡ ਦੇ ਬਾਰੇ ਅਲੱਗ-ਅਲੱਗ ਰਾਈਟਰਸ ਦੇ ਅਲੱਗ-ਅਲੱਗ ਨੈਰੇਟਿਵਸ ਨੇ। ਅਸੀਂ ਪਿੰਡ ਨੂੰ ਜਦੋਂ ਧਿਆਨ ਨਾਲ ਦੇਖਦੇ ਹਾਂ ਤੇ ਕਿਸਾਨ ਮਜ਼ਦੂਰ ਏਕਤਾ ਬੇਸਿਕਲੀ ਅਸੀਂ ਕਹਿ ਰਹੇ ਹਾਂ, ਅਪਰ ਕਾਸਟ ਲੋਅਰ ਕਾਸਟ ਏਕਤਾ ਜਿੰਦਾਬਾਦ। ਅਸੀਂ ਉਸ ਚੀਜ਼ ਨੂੰ ਕਹਿਣ ਦੇ ਵਿੱਚ ਬੜਾ ਗਰੇਜ਼ ਨਹੀਂ ਕਰਦੇ, ਪਰ ਜੇ ਉਹਨੂੰ ਪ੍ਰੈਕਟੀਕਲੀ ਦੇਖੀਏ ਤੇ ਪਿੰਡ ਦੀ ਲੈਂਡ ਓਨਿੰਗ ਕਲਾਸ ਤੇ ਪਿੰਡ ਦੀ ਲੇਬਰ ਕਲਾਸ ਦੋ ਅਲੱਗ ਕਾਸਟ ਨੇ। ਦੋਵਾਂ ਦੇ ਇੰਟਰਸਟ ਚਾਹੇ ਉਹ ਸੋਸ਼ਲ ਨੋਰਮਸ ਦੇ ਵਿੱਚ ਦੇਖੀਏ ਚਾਹੇ ਇਕਨੋਮਿਕਲ ਨੋਰਮਸ 'ਚ ਦੇਖੀਏ ਆਪਸ 'ਚ ਕੰਟਰਾਡਿਕਟ ਕਰਦੇ ਨੇ। ਤੇ ਤੁਸੀਂ ਜੇ ਸੋਚੋ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਕਹਿਣਾ ਨਹੀਂ ਚਾਹੀਦਾ ਪਰ ਜੱਟ ਜਥੇਬੰਦੀਆਂ ਨੇ, ਉਹ ਜਾ ਕੇ ਮਜ਼ਦੂਰਾਂ ਦੀ ਖਾਸ ਕਰਕੇ ਦਲਿਤਾਂ ਦੀ ਗੱਲ ਕਰਨਗੀਆਂ, ਉਹ ਉਹਨੇ ਵੱਡੇ ਪੱਧਰ ਤੇ ਨਹੀਂ ਕਰ ਸਕਦੇ। ਮਾਈ ਪੁਆਇੰਟ 'ਚ 37% ਨੌਨ ਦਲਿਤ ਹੈ ਤੇ ਇਹਦਾ ਮਤਲਬ ਹੈ 63% ਜਿਹੜਾ ਹੈਗਾ ਉਹ ਤੇ ਦਲਿਤ ਸਮਾਜ ਹੈ ਨਾ, ਜਿਹਨੂੰ ਤੋਂ ਫਾਇਦਾ ਹੋ ਰਿਹਾ। ਤੇ ਜੇ ਉਹਨਾਂ ਨੂੰ ਜਾ ਕੇ ਦਿਹਾੜੀਆਂ ਪ੍ਰੈਕਟੀਕਲੀ 20 ਮਿਲ ਰਹੀਆਂ ਨੇ ਤੇ ਸਰਕਾਰੀ ਡਾਟੇ ਮੁਤਾਬਕ 39 ਦਿਹਾੜੀਆਂ ਮਿਲ ਰਹੀਆਂ ਨੇ, ਜਿਹੜੀ ਕਾਨੂੰਨ ਦੇ ਵਿੱਚ ਸੰਵਿਧਾਨ ਦੇ ਵਿੱਚ 100 ਦਿਹਾੜੀਆਂ ਦੇਣੀਆਂ ਨੇ, ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਕਹਿ ਰਹੀ ਹੈ 150 ਦਿਹਾੜੀਆਂ ਦੇਣੀਆਂ ਨੇ, ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਕਹਿ ਰਹੀ ਹੈ ਕਿ ਮਿਨੀਮਮ ਵੇਜ ਦੇ ਨਾਲ ਵੇਜ ਜੋੜੀ ਜਾਵੇ। ਇਹਨਾਂ ਸਾਰਿਆਂ ਦੀ ਗੱਲਬਾਤ ਕਰਨ ਲਈ ਦਲਿਤਾਂ ਦੀਆਂ ਜਥੇਬੰਦੀਆਂ ਦੀ ਵੱਡੀ ਸਟਰਗਲ ਕਿੱਥੇ ਹੈ? ਸਰ ਪੰਜਾਬ ਦੇ ਅੰਦਰ ਇੱਕ ਨੈਸ਼ਨਲ ਦਲਿਤ ਪਾਰਟੀ ਜਿਹੜੀ ਆਪਣੇ ਆਪ ਨੂੰ ਦਲਿਤ ਪਾਰਟੀ ਕਲੇਮ ਕਰਦੀ ਹੈ, ਚਾਹੇ ਉਹਦਾ ਨਾਮ ਕੋਈ ਵੀ ਹੋਵੇ, ਉਹਦੇ ਇੱਕ ਐਮਐਲਏ ਨੂੰ ਮੈਂ ਇੰਟਰਵਿਊ ਕੀਤਾ। ਉਹਨੂੰ ਮੈਂ ਪੁੱਛਿਆ ਜੀ ਬੇਸਿਕਲੀ ਤੁਸੀਂ ਕਿਹੜੇ ਏਜੰਡੇ ਦੇ ਨਾਲ 2017 ਦੀ ਚੋਣ ਲੜੀ? ਉਹ ਕਹਿੰਦਾ ਜੀ 1 ਮਿੰਟ ਰੁਕੋ, ਮੈਂ ਆਪਣੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨਾਲ ਤੁਹਾਡੀ ਗੱਲ ਕਰਾਨਾ, ਇਹ ਮੇਰੇ ਕੋਲ ਰਿਕਾਰਡਡ ਇਨਫੋਰਮੇਸ਼ਨ ਹੈ। ਉਹ ਜੇ ਤੁਸੀਂ ਕਿਸੇ ਰਵਾਇਤੀ ਪਾਰਟੀ ਤੋਂ ਪੁੱਛ ਲੈਂਦੇ, ਇਹਨਾਂ ਦਾ ਵੀ ਹਾਲ ਹੈ। ਐਮਐਲਏ ਨੂੰ ਬੇਸਿਕ ਇਨਫੋਰਮੇਸ਼ਨ ਨਹੀਂ ਹੈ, ਜਿਹਨੇ ਜਾ ਕੇ ਲੜਾਈ ਲੜਨੀ ਹੈ। ਉਹ ਐਮਐਲਏ ਬੇਸਿਕਲੀ ਜਦੋਂ ਮੈਂ ਉਸ ਪਾਰਟੀ ਦੀ ਗੱਲ ਕਰਦਾ, ਉਹ ਐਮਐਲਏ ਉਹੀ ਹੈ ਜਿਹੜਾ ਬਾਕੀ 5 ਸਾਲ ਉਸ ਪੂਰੀ ਕਮਿਊਨਿਟੀ ਦੀ ਨੁਮਾਇੰਦਗੀ ਕਰਦਾ, ਉਹਦੀ ਲੜਾਈ ਲੜਦਾ। ਉਹਨੂੰ ਬੇਸਿਕ ਅਵੇਅਰਨੈਸ ਨਹੀਂ ਹੈ। ਉਹਦੇ ਤੋਂ ਥੱਲੇ ਉਹਦੇ ਵਰਕਰਾਂ ਨੂੰ, ਉਹਦੇ ਪਿੰਡ 'ਚ ਰਹਿਣ ਵਾਲੇ ਲੋਕਾਂ ਨੂੰ, ਉਹਨਾਂ ਮਜ਼ਦੂਰਾਂ ਨੂੰ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਉਹਨਾਂ ਨੂੰ ਕੋਈ ਇਹੋ ਜਿਹੀ ਅਵੇਅਰਨੈਸ ਹੋਏਗੀ, ਉਹਦਾ ਸਵਾਲ ਪੈਦਾ ਨਹੀਂ ਹੁੰਦਾ। ਪਿੰਡ ਦੇ ਅੰਦਰ ਤੁਸੀਂ ਅੱਜ ਵੀ ਕਿਸੇ ਦਲਿਤ ਪਰਿਵਾਰ ਦਾ ਇੰਟਰਵਿਊ ਕਰਨ ਜਾਓ, ਉਹ ਤੁਹਾਡੇ ਕੰਨਾਂ ਨੂੰ ਖੁਸ਼ ਕਰਨ ਲਈ ਜਿਹੜਾ ਸਵਾਲ ਤੁਸੀਂ ਜਿਸ ਅਪਰੋਚ ਨਾਲ ਪੁੱਛ ਰਹੇ ਹੋ ਉਹੋ ਜਿਹਾ ਤੁਹਾਨੂੰ ਜਵਾਬ ਦੇ ਦਿੰਦੇ ਆ, ਜਾਂ ਕਹਿੰਦੇ ਕਿ ਦੂਸਰਾ ਬੰਦਾ ਲਿਆਓ। ਵੇਅਰ ਇਜ਼ ਦਾ ਸੀਰੀਅਸ ਐਕਟਿਵਿਸਟ? ਜੇ ਆਪਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਹੰਗਰ ਦੇ ਸਟੈਟਿਸਟਿਕਸ ਕੀ ਨੇ, ਆਪਾਂ ਨੂੰ ਪਤਾ ਹੈ ਕਿ ਸਿਹਤ ਦੇ ਸਟੈਟਿਸਟਿਕਸ ਕੀ ਨੇ। ਤੁਸੀਂ ਮੈਂ ਡਾਕਟਰ ਪਿਆਰੇਲਾਲ ਗਰਗ ਹਰਾਂ ਨਾਲ ਕਦੀ ਗੱਲ ਕਰਦਾ ਤੇ ਜਿਹੜਾ ਉਹ ਖਾਕਾ ਗਿਣ ਦਿੰਦੇ ਨੇ ਕਿ ਨੈਸ਼ਨਲ ਫੈਮਿਲੀ ਹੈਲਥ ਸਰਵੇ ਜਿਹੜਾ 5th ਆਇਆ ਜਿਹੜਾ ਲੇਟੈਸਟ, ਉਹਦੇ 'ਚ ਪੰਜਾਬ ਦੇ ਬੱਚਿਆਂ ਦਾ ਕੁਪੋਸ਼ਣ ਦਾ ਕੀ ਹਾਲ ਹੈ, ਔਰਤਾਂ ਕਿੰਨੀਆਂ ਅਨੈਮਿਕ ਨੇ, ਕਿਸ ਕਿਸਮ ਦੀਆਂ ਭਿਆਨਕ ਬਿਮਾਰੀਆਂ ਨੇ, ਤਰਾ ਨਿਕਲ ਜਾਂਦਾ ਤੁਹਾਡਾ। ਤੇ ਇਹ ਸਾਰੀਆਂ ਗੱਲਾਂ ਤਾਂ ਮਨਰੇਗਾ ਨਾਲ, ਰੋਜ਼ਗਾਰ ਦੇ ਨਾਲ, ਦਿਹਾੜੀ ਦੇ ਨਾਲ ਜੁੜੀਆਂ ਹੋਈਆਂ ਨੇ। ਬਿਲਕੁਲ ਇਹਦੇ ਲਈ ਲੜਾਈ ਕਿਉਂ ਨਹੀਂ ਹੁੰਦੀ? ਮਤਲਬ ਗ੍ਰਾਮ ਸਭਾ ਦਾ ਮੁੱਦਾ ਵੱਡਾ ਸਿਆਸੀ ਮੁੱਦਾ ਕਿਉਂ ਨਹੀਂ? ਸਭ ਤੋਂ ਬੜਾ ਕੁਐਸਚਨ ਇਹ ਹੈ, ਮੈਨੂੰ ਲੱਗਦਾ ਟਿਪੀਕਲੀ ਸਾਡੀਆਂ ਜਥੇਬੰਦੀਆਂ ਨੇ ਬਣਾਏ ਹੋਏ ਨੇ ਪ੍ਰੋਗਰਾਮ, ਉਹ ਆਪੋ ਆਪਣੇ ਆਈਡੀਓਲੋਜੀਕਲ ਥਾਟ ਚੋਂ ਬਣਾਏ ਹੋਏ ਨੇ। ਥਾਟ ਆਪਣੀ ਜਗ੍ਹਾ ਠੀਕ ਹੈ, ਥਾਟ ਆਈਡੀਓਲੋਜੀਕਲ ਠੀਕ ਹੈ, ਚੰਡੀਗੜ੍ਹ ਲਵੋ, SYL ਲੜੋ, ਨਹੀਂ ਥਾਟ ਗਰੀਬ ਨੂੰ। ਪਰ ਜਿਹੜਾ ਇੱਕ ਨਿਚਲੇ ਲੈਵਲ ਤੇ ਜੋ ਉਹਦੀ ਇਮੀਡੀਏਟ ਡਿਮਾਂਡ ਹੈ, ਇਮੀਡੀਏਟ ਨੀਡ ਹੈ, ਮੈਂ ਤੁਹਾਨੂੰ ਦੱਸਦਾ ਇਹਦੇ ਤੇ ਹੁੰਦਾ ਹੈ। ਮੇਰਾ ਪ੍ਰੈਕਟੀਕਲ ਤਜਰਬਾ 4 ਜ਼ਿਲ੍ਹਿਆਂ ਦਾ, ਜਿੱਥੇ ਘੱਟੋ ਘੱਟ 1000 1500 ਮਨਰੇਗਾ ਵਰਕਰ ਆਈ, ਜਿੱਥੇ ਉਹਨਾਂ ਨੂੰ ਕੇਵਲ ਸਕੂਲਿੰਗ ਟਾਈਪ ਹੀ, ਮਤਲਬ ਆਹੀ ਗੱਲ ਕਿ ਆਹ ਇਨਫੋਰਮੇਸ਼ਨ ਹੈ। ਤੇ ਉਹਦੇ 'ਚ ਪਟਿਆਲੇ ਤੇ ਸੰਗਰੂਰ ਤੇ ਮਾਨਸਾ ਦੇ ਕੁਝ ਹਿੱਸਿਆਂ 'ਚ ਤਾਂ ਇੱਕ ਮਨਰੇਗਾ 'ਚ ਹੁੰਦਾ ਕਿ ਜੇ ਤੁਸੀਂ ਸਾਰੇ ਲਾਭ ਲੈਣੇ ਨੇ ਤਾਂ ਤੁਹਾਨੂੰ ਉਹਦਾ ਇੱਕ ਪ੍ਰੋਸੀਜਰ ਫੋਲੋ ਕਰਨਾ ਪੈਂਦਾ। ਆਪ ਕੰਮ ਦੀ ਅਰਜ਼ੀ ਲਿਖਣੀ ਪਊਗੀ, ਉਹਦੀ ਇੱਕ ਰਸੀਦ ਲੈਣੀ ਪਏਗੀ। ਜੇ ਫਿਰ ਉਹ 14 ਦਿਨ ਤੋਂ ਬਾਅਦ ਤੁਹਾਨੂੰ ਕੰਮ ਨਹੀਂ ਮਿਲਦਾ, ਤੁਸੀਂ ਬੇਰੁਜ਼ਗਾਰੀ ਭੱਤੇ ਦੇ ਹੱਕਦਾਰ ਹੋ। ਤੇ ਉਦੋਂ ਬਾਅਦ ਮਤਲਬ ਬੇਰੁਜ਼ਗਾਰੀ ਭੱਤਾ ਤੁਹਾਨੂੰ ਮਿਲਦਾ ਪਹਿਲਾਂ ਚੌਥਾ ਹਿੱਸਾ, ਫਿਰ ਬਾਕੀ ਦਾ ਜਿਹੜਾ ਬਚਿਆ 1 ਮਹੀਨੇ ਤੋਂ ਬਾਅਦ ਤੁਹਾਨੂੰ ਅੱਧੀ ਦਿਹਾੜੀ ਮਿਲੂਗੀ। ਤੇ ਇਹਦੇ ਤੋਂ ਬਾਅਦ ਵੀ ਹਾਜ਼ਰੀ ਕੱਚੇ ਤੇ ਨਹੀਂ ਮਸਟਰੋਲ ਤੇ ਲੱਗਦੀ ਹੈ, ਤੇ ਨਿਯੁਕਤੀ ਪੱਤਰ ਚਾਹੀਦਾ ਤੁਹਾਡੇ ਕੋਲ। ਨਿਯੁਕਤੀ ਪੱਤਰ ਪੰਜਾਬ 'ਚ ਕਿਤੇ ਨਹੀਂ ਸੀ ਮਿਲਦਾ, ਹੁਣ ਉਹ ਬੀਬੀਆਂ ਅੜਨ ਲੱਗ ਗਈਆਂ, ਉਹਨਾਂ ਨੂੰ ਨਿਯੁਕਤੀ ਪੱਤਰ ਮਿਲ ਰਿਹਾ। ਜਿਨ੍ਹਾਂ ਨੂੰ ਲੜਨਾ ਆ ਗਿਆ, ਉਹਨਾਂ ਨੂੰ ਨਿਯੁਕਤੀ ਪੱਤਰ ਮਿਲ ਰਿਹਾ। ਬਾਕੀ 13000 ਪਿੰਡ ਲੜਨਾ ਹੀ ਸਿਖਾਣਾ। ਇਹ ਸੈਂਕੜੇ ਦੀ ਗੱਲ ਹੈ, 1 ਜਾਂ 2 ਦੀ ਨਹੀਂ ਹੈ। ਇਹ ਮੈਂ ਲਗਭਗ 200 ਪਿੰਡ ਦੀ ਗੱਲ ਕਰਦਾ। ਔਰ ਕੋਈ ਜਾ ਕੇ ਉੱਥੇ ਅਫਸਰ ਜਾ ਕੇ ਦਿਖਾਵੇ ਜਾਂ ਬਾਕੀ ਉਹ ਉੱਥੇ ਬੈਠ ਕੇ ਫੋਨ ਕਰਦੀਆਂ ਨੇ ADC ਨੂੰ ਜਾਂ ਬਾਕੀ ਨੂੰ ਕਿ ਤੁਸੀਂ ਦੱਸੋ ਜੀ। ਮੈਨੂੰ ਲੱਗਦਾ ਕਿ ਅਸੀਂ ਉਹਨਾਂ ਕੋਲ 2 ਵਾਰ ਜਾ ਕੇ ਵੀ ਸਮਝਾਉਣ ਦੀ ਸਥਿਤੀ 'ਚ ਕੋਈ ਆਰਗੇਨਾਈਜੇਸ਼ਨ ਨਹੀਂ ਹੈ, ਕੋਈ ਬੰਦਾ ਨਹੀਂ ਹੈ, ਕੋਈ ਐਕਟਿਵਿਸਟ ਨਹੀਂ ਹੈ। ਅਸੀਂ ਕਿੱਥੇ ਐਕਟਿਵਿਜ਼ਮ ਕਰਦੇ ਹਾਂ, ਕਾਹਦੇ ਤੇ ਦੀ ਕਹਾਣੀ ਹੈ। ਹਾਂ, ਇੱਕ ਸਿਆਸਤ ਉਹ ਇੱਕ ਬਹੁਤ ਬੜਾ ਕੁਐਸਚਨ। ਇਹ ਵੀ ਜਿਹੜੀ ਗੱਲ ਹੈ ਸਰ, ਇਹ ਵੀ ਮਾਲਵੇ ਦੀ ਹੈ।
ਇਹਦੇ ਚ ਵੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਜਿਹੜੇ ਨੇ ਉੱਥੇ ਇਹ ਚੀਜ਼ ਨਹੀਂ ਹੈ, ਉੱਥੇ ਨਹੀਂ ਹੈ। ਜ਼ਿਆਦਾਤਰ ਜ਼ਿਲ੍ਹੇ ਉਨੇ ਹੀ ਪੋਲੀਟੀਕਲੀ ਅਨਕੌਂਸ਼ੀਅਸਨੈਸ ਦੇ ਵਿੱਚ ਨੇ ਜਿੰਨੇ ਪਹਿਲਾਂ ਸੀਗੇ। ਅਸੀਂ ਜਿਹੜੀ ਅਵੇਅਰਨੈਸ ਤੇ ਅਜ਼ਰਸ਼ਨ ਦੀ ਗੱਲ ਕਰ ਰਹੇ ਹਾਂ ਬਹੁਤ ਲਿਮਿਟਡ। ਮੈਂ ਬ੍ਰੀਕਲੀ ਰੁਕਣਾ ਪੈ ਰਿਹਾ, ਮੈਂ ਇਹ ਗੱਲ ਜ਼ਰੂਰ ਕਰਨੀ ਚਾਹਨਾ ਦੈਟ ਕੀ ਕੀਤਾ ਜਾ ਸਕਦਾ ਹੈ, ਕਿਉਂਕਿ ਮੈਨੂੰ ਤਾਂ ਬਹੁਤ ਜ਼ਿਆਦਾ ਪੋਟੈਂਸ਼ੀਅਲ ਦਿਸ ਰਿਹਾ ਹੈ, ਨਾ ਕੇਵਲ ਕੋਈ ਲੋਕਾਂ ਦੀ ਭਲਾਈ ਲਈ ਜਾਂ ਕੁਝ ਲਈ, ਮੈਨੂੰ ਤੇ ਵੋਟਾਂ ਦਾ ਤੇ ਕੁਰਸੀ ਦਾ ਬੜਾ ਜ਼ਬਰਦਸਤ ਪੋਟੈਂਸ਼ੀਅਲ ਦਿਸ ਰਿਹਾ। ਕੋਈ ਇਹਦੇ ਤੇ ਸਿਆਸਤ ਕਰਨ ਬਾਹਰ ਨਿਕਲੇ ਤਾਂ ਸਹੀ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਪੰਜਾਬ ਦੇ ਵਿੱਚ ਗ੍ਰਾਮ ਸਭਾ ਬਾਰੇ ਤੇ ਮਨਰੇਗਾ ਬਾਰੇ। ਇਹ ਕੋਈ ਬਹੁਤਾ ਟੀਵੀ ਚਰਚਾਵਾਂ ਵਾਲਾ ਮੁੱਦਾ ਹੈ ਨਹੀਂ ਹੈ, ਗਰਮਾ ਗਰਮ ਨਹੀਂ ਹੈ, ਪਰ ਇੰਨਾ ਕੁ ਗਰਮ ਹੋ ਸਕਦਾ ਹੈ ਕਿ ਪਿੰਡ ਪੰਜਾਬ ਦੇ 13,000 ਪਿੰਡਾਂ 'ਚ ਲੜਾਈਆਂ ਦਾ ਅੱਛਾ ਖਾਸਾ ਸੀਨ ਬਣ ਸਕਦਾ ਤੇ ਸਿਆਸਤ ਦਾ ਵੀ, ਜੇ ਤੁਸੀਂ ਸਾਡੀ ਗੱਲ ਧਿਆਨ ਨਾਲ ਸੁਣਦੇ ਰਹੋ। ਅਸੀਂ ਲੜਨ ਲਈ ਨਹੀਂ ਕਹਿ ਰਹੇ, ਪਰ ਲੜਨ ਲਈ ਤਿਆਰੀ ਕਰਨ ਲਈ ਜ਼ਰੂਰ ਕਹਿ ਰਹੇ ਹਾਂ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਹਮੀਰ ਸਿੰਘ ਜੀ ਅਤੇ ਪ੍ਰਭਪ੍ਰੀਤ ਸਿੰਘ ਜੀ। ਹਮੀਰ ਸਿੰਘ ਜੀ, ਮੈਂ ਪੰਜਾਬ ਸਰਕਾਰ ਦਾ ਪਹਿਲਾ ਬਜਟ ਆਇਆ ਤੇ ਬਹੁਤ ਸਾਰੇ ਮੈਂ ਇਹਦੇ ਤੇ ਐਨਾਲਿਸਿਸ ਪੜ੍ਹੇ ਨੇ। ਇਹ ਮੇਰੇ ਸਾਹਮਣੇ ਡਾਕਟਰ ਦਰਸ਼ਨਪਾਲ ਜੀ ਦਾ ਐਨਾਲਿਸਿਸ ਹੈ, ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਿਆ ਹੋਇਆ 28 ਜੂਨ ਨੂੰ। ਕਿਸਾਨ ਖੁਦਕੁਸ਼ੀਆਂ ਨੂੰ ਠੱਲ ਕਿਵੇਂ ਪਵੇ। ਇਹ ਸੂਬਾ ਪ੍ਰਧਾਨ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪੰਜਾਬ ਦੇ ਜਿਹੜਾ ਲੰਬਾ ਅੰਦੋਲਨ ਚੱਲਿਆ ਉਹਦੇ ਵਿੱਚ ਬੜਾ ਵੱਡਾ ਰੋਲ ਰਿਹਾ। ਸਾਰੇ ਇਹਨਾਂ ਦੇ ਐਨਾਲਿਸਿਸ ਦੇ ਵਿੱਚ ਸ਼ਬਦ ਮਨਰੇਗਾ, ਪੰਚਾਇਤੀ ਰਾਜ, ਗ੍ਰਾਮ ਸਭਾ, ਇਹ ਸ਼ਬਦ ਕਿਧਰੇ ਵੀ ਮੈਨੂੰ ਦਿਖਾਈ ਨਹੀਂ ਦਿੰਦੇ। ਚੰਗੇ ਐਨਾਲਿਸਿਸ ਨੇ ਸਾਰੇ, ਮੈਂ ਬਹੁਤਿਆਂ ਨਾਲ ਸਹਿਮਤ ਵੀ ਹਾਂ। ਡਾਕਟਰ ਸੁਖਪਾਲ ਸਿੰਘ ਨੇ ਇਹ PAU ਵਾਲੇ, ਇਹਨਾਂ ਨੇ ਇੱਕ ਕੈਜੂਅਲੀ ਇੰਨੀ ਗੱਲ ਕੀਤੀ ਆਪਣੇ ਲੰਬੇ ਚੌੜੇ ਆਰਟੀਕਲ 'ਚ। ਇਹ ਮੁੱਖ ਅਰਥ ਸ਼ਾਸਤਰੀ ਨੇ PAU ਲੁਧਿਆਣਾ ਦੇ ਪ੍ਰਮੁੱਖ ਅਰਥ ਸ਼ਾਸਤਰੀ, ਇਹ ਵੀ ਕੋਈ ਫਰਕ ਹੁੰਦਾ ਹੋਏਗਾ। ਇਹਨਾਂ ਨੇ ਕਿਹਾ ਬਜਟ ਵਿੱਚ ਪੇਂਡੂ ਮਜ਼ਦੂਰਾਂ ਲਈ ਕੋਈ ਰੋਜ਼ਗਾਰ ਸਕੀਮ ਸ਼ੁਰੂ ਕਰਨੀ ਚਾਹੀਦੀ ਸੀ। ਇਹ ਪੇਂਡੂ ਮਜ਼ਦੂਰਾਂ ਲਈ ਰੋਜ਼ਗਾਰ ਸਕੀਮ ਹੈ, ਉਹਦਾ ਨਾਮ ਮਨਰੇਗਾ ਹੈ, ਉਹਦਾ ਕਿਧਰੇ ਕੋਈ ਜ਼ਿਕਰ ਨਹੀਂ ਹੈ। ਡਾਕਟਰ ਸੁੱਚਾ ਸਿੰਘ ਗਿੱਲ ਜੀ ਦਾ ਮੇਰੇ ਸਾਹਮਣੇ ਐਨਾਲਿਸਿਸ ਹੈ, ਇਹਦੇ 'ਚ ਕਿਧਰੇ ਕੋਈ ਗੱਲ ਮਨਰੇਗਾ ਬਾਰੇ ਨਹੀਂ ਹੈ। ਰਣਜੀਤ ਸਿੰਘ ਘੁੰਮਣ ਜੀ ਦਾ ਡਾਕਟਰ ਸਾਹਿਬ ਦਾ ਐਨਾਲਿਸਿਸ ਹੈ, ਉਹਨਾਂ ਨੇ ਗੱਲ ਕੀਤੀ ਹੈ ਜਿਹੜੀ ਤੁਸੀਂ ਗੱਲ ਕੀਤੀ ਕਿ 21 ਲੱਖ ਮਨਰੇਗਾ ਦੇ ਜੌਬ ਕਾਰਡ ਹੋਲਡਰ ਨੇ। 21 ਕਰੋੜ ਇੰਪਲੋਇਮੈਂਟ ਡੇਜ਼, ਦੈਟ ਮੀਨਸ 21 ਲੱਖ ਇੰਟੂ 100 ਦਿਹਾੜੀਆਂ, 21 ਕਰੋੜ ਦਿਹਾੜੀਆਂ ਮਜ਼ਦੂਰ ਦੀਆਂ ਦਿਹਾੜੀਆਂ ਇਹਦੇ 'ਚੋਂ ਜਨਰੇਟ ਕੀਤੀਆਂ ਜਾ ਸਕਦੀਆਂ ਸੀਗੀਆਂ। ਤੇ ਉਹਨਾਂ ਦਾ ਕਹਿਣਾ ਕਿ 473 ਕਰੋੜ ਬਜਟ ਦੇ ਵਿੱਚ ਰੱਖੇ ਨੇ ਤੇ ਜੇ 518 ਕਰੋੜ ਹੋਰ ਚਾਹੀਦੇ ਨੇ ਜੇ 100 ਦਿਨ ਦਾ ਰੋਜ਼ਗਾਰ ਹਰੇਕ ਕਾਰਡ ਹੋਲਡਰ ਨੂੰ ਦੇਣਾ। ਹੁਣ ਇਹ ਤਾਂ ਸਿੱਧੀ ਉਹ ਡਿਮਾਂਡ ਹੈ ਜਿਹਦੇ ਡਿਨਾਈ ਕਰਨ ਦਾ ਨਾ ਪੰਜਾਬ ਸਰਕਾਰ ਕੋਲ ਨਾ ਕੇਂਦਰ ਸਰਕਾਰ ਕੋਲ ਕੋਈ ਹੱਕ ਹੈ। ਇਹ ਸਾਰੇ ਜਿਹੜੇ ਬੁੱਧੀਜੀਵੀ ਨੇ, ਜਿਹੜੇ ਸਾਡੇ ਫਾਈਨੈਂਸ਼ੀਅਲ ਐਕਸਪਰਟਸ ਨੇ, ਇਹ ਜਿਸ ਵੇਲੇ ਬਜਟ ਬਾਰੇ ਗੱਲ ਕਰਦੇ ਨੇ, ਪੰਜਾਬ ਦੇ ਲੋਕਾਂ ਦੀ ਆਰਥਿਕ ਸਥਿਤੀ ਬਾਰੇ ਗੱਲ ਕਰਦੇ ਨੇ, ਉਹਦੇ ਵਿੱਚੋਂ ਵੀ ਮਨਰੇਗਾ ਕਿਉਂ ਮਾਈਨਸ ਹੋ ਜਾਂਦੀ ਹੈ, ਉਹਦੇ ਵਿੱਚੋਂ ਵੀ ਪੰਚਾਇਤੀ ਰਾਜ ਦੀਆਂ ਇਹ ਸਾਰੀਆਂ ਪ੍ਰਾਵਧਾਨ ਕਿਉਂ ਮਾਈਨਸ ਹੋ ਜਾਂਦੇ ਨੇ। ਨਹੀਂ, ਇਸੇ ਕਰਕੇ ਇਹ ਵੀ ਜਿਹੜਾ 473 ਕਰੋੜ ਦਾ ਫਿਗਰ ਹੈ, ਇਹ ਫਿਗਰ ਉਵੇਂ ਨਹੀਂ ਹੈ। ਮਨਰੇਗਾ 'ਚ 1200 ਕਰੋੜ ਖਰਚ ਹੋ ਰਿਹਾ ਆਲਰੇਡੀ। ਦਿਹਾੜੀ ਦਾ 100% ਗਵਰਨਮੈਂਟ ਆਫ ਇੰਡੀਆ ਤੋਂ ਆਉਂਦਾ ਹੈ। ਉਹ ਇਸ ਕਰਕੇ ਮਟੀਰੀਅਲ ਕਾਸਟ 'ਚ ਪੰਜਾਬ ਆਪਣਾ ਹਿੱਸਾ ਪਾਉਂਦਾ ਥੋੜਾ ਜਿਹਾ। ਓਕੇ। ਤੇ ਐ ਨਹੀਂ ਕਿ ਉਦੋਂ ਇਹਨੂੰ ਅਸੀਂ 5000 ਕਰੋੜ ਤੱਕ ਤਾਂ ਜਿਵੇਂ ਮਰਜ਼ੀ ਲਿਜਾ ਸਕਦੇ ਆ, ਕਿਉਂਕਿ ਪੰਜਾਬ ਦੇ ਕੋਲ ਪੈਸਾ ਨਹੀਂ ਕਹਿੰਦੇ ਨੇ। ਪੈਸਾ ਨਹੀਂ, ਤੇ ਜਿੱਥੇ ਪੈਸਾ ਹੀ ਗਵਰਨਮੈਂਟ ਆਫ ਇੰਡੀਆ ਤੋਂ ਆਉਣਾ ਮੇਜਰ, ਤਾਂ ਉਹ ਤਾਂ ਤੁਸੀਂ ਲਾਗੂ ਕਰ ਸਕਦੇ ਹੋ ਕਿ ਤੁਸੀਂ ਪੈਸਾ ਵੀ ਨਹੀਂ ਖਰਚਣਾ। ਔਰ ਜੇ ਇਕਨੋਮਿਸਟ ਵੀ ਇਹ ਨਹੀਂ ਕਹਿੰਦਾ ਵੀ ਉੱਥੋਂ ਪੈਸਾ ਵੀ ਆਊਗਾ, ਤੁਹਾਡਾ ਫਾਇਦਾ ਹੋ ਜਾਊਗਾ। ਇੱਕ ਚੀਜ਼ ਇਕਨੋਮਿਸਟ ਇਹਦੇ ਲਈ ਕਿਉਂ ਨਹੀਂ ਲੜ ਰਹੇ? ਮੈਨੂੰ ਇਸੇ ਲਈ ਸਮਝ ਨਹੀਂ ਆਉਂਦੀ। ਇੱਕ ਫੰਡਾਮੈਂਟਲ ਰਾਈਟ ਜੂਨ ਦੇ ਮਹੀਨੇ ਵਿੱਚ ਲਿਖ ਰਹੇ ਨੇ ਸਾਰੇ ਲੋਕ। ਬਲਕਿ ਤੁਹਾਨੂੰ ਇਹ ਕਹਿਣਾ ਚਾਹੀਦਾ ਹੈ ਕਿ 100 ਦਿਨ ਨਾਲ ਢਿੱਡ ਨਹੀਂ ਭਰਦਾ, 200 ਦਿਨ ਕਰ ਦੋ, 150 ਦਿਨ ਕਰ ਦੋ, ਮਿਨੀਮਮ ਵੇਜ ਦੇ ਬਰਾਬਰ ਉਹਦੀ ਦਿਹਾੜੀ ਕਰ ਦੋ। ਇਹ ਚੀਜ਼ਾਂ ਤਾਂ ਇੱਕ ਅਲੱਗ ਗੱਲ ਨੇ, ਪਰ ਮੈਨੂੰ ਇਹ ਲੱਗਦਾ ਹੁੰਦਾ ਕਿ 200 ਦਿਨ ਦੀ ਮੰਗ ਕਰੀ ਜਾਓ, ਪਹਿਲਾਂ 100 ਦਿਨ ਇੰਪਲੀਮੈਂਟ ਤਾਂ ਕਰਾ ਲਓ। ਜਿੱਦਣ ਕਰਾ ਲਓਗੇ ਤੇ ਉਹ ਮੰਗ ਆਟੋਮੈਟਿਕਲੀ ਅੱਗੇ ਉਹਦਾ ਵਜਨ ਬਣ ਜਾਊਗਾ। ਪੰਜਾਬ ਦੇ ਵਿੱਚ ਅਸੈਂਬਲੀ ਇਲੈਕਸ਼ਨਾਂ ਹੋਈਆਂ ਨੇ, ਉਹਨਾਂ ਨੇ ਜਦੋਂ ਕੋਵਿਡ ਦਾ ਪਹਿਲਾ ਰਾਉਂਡ ਆਇਆ ਤੇ ਮਨਰੇਗਾ ਦਾ ਬਜਟ 1 ਲੱਖ ਕਰੋੜ ਤੋਂ ਉੱਤੇ ਟੱਪ ਗਿਆ ਸੀਗਾ। ਕਿੰਨਾ ਚਲਾ ਗਿਆ ਸੀਗਾ? ਮੇਰੇ ਕੋਲ 1,11,000 ਕਰੋੜ ਹੋ ਗਿਆ। 11,000 ਕਰੋੜ ਹੋ ਗਿਆ। 40,000 ਕਰੋੜ ਐਡੀਸ਼ਨਲ ਦਿੱਤਾ ਸੀ। 73,000 ਕਰੋੜ ਰੱਖਿਆ ਸੀ, 1,11,000 ਕਰੋੜ ਤੇ ਚਲਾ ਗਿਆ। ਤੇ ਇਹਦਾ ਮਤਲਬ ਹੈ ਅਗਲੀ ਵਾਰੀ ਹੋਰ ਪੈਸਾ ਚਾਹੀਦਾ ਸੀ, ਉਹਨਾਂ ਨੇ ਵਾਪਸ ਫਿਰ 73,000 ਕਰੋੜ ਕਰ ਦਿੱਤਾ। ਇਹਦੇ ਚ ਇੱਕ ਨਵਾਂ ਸਰਵੇ ਆਇਆ, ਬੇਰੁਜ਼ਗਾਰੀ ਵੱਧ ਰਹੀ ਹੈ। ਮਨਰੇਗਾ ਦੇ ਵਿੱਚ 18 ਤੋਂ 35 ਸਾਲ ਵਾਲੇ ਜਿਹੜੇ ਨੌਜਵਾਨ ਸੀ, ਹੁਣ ਉਹ 38% ਉਹਨਾਂ ਦੀ ਗਿਣਤੀ ਹੋ ਗਈ ਟੋਟਲ ਜਿੰਨੇ ਕੰਮਕਾਜੀ ਬੰਦੇ ਨੇ। ਇਹ ਸਾਰੇ ਵੋਟਰ ਨੇ। ਇਹ ਸਾਰੇ ਵੋਟਰ ਨਹੀਂ। ਪਹਿਲਾਂ ਨੌਜਵਾਨ ਆਉਂਦਾ ਹੀ ਨਹੀਂ ਸੀ ਇਹ ਚ, ਕਿਉਂਕਿ ਉਹਨੂੰ ਕਿਤੇ ਨਾ ਕਿਤੇ ਹੋਰ ਮਿਲ ਜਾਂਦੀ ਸੀ ਦਿਹਾੜੀ ਜਾਂ ਮਾੜੀ ਮੋਟੀ ਇੱਧਰ ਉੱਧਰ ਚਲੀ ਜਾਂਦੀ ਸੀ, ਆਉਂਦਾ ਹੀ ਨਹੀਂ ਸੀ। ਹੁਣ ਬਾਹਰ ਇੰਨਾ ਬੁਰਾ ਹਾਲ ਹੋ ਗਿਆ, ਉਹ ਵੀ ਇੱਥੇ ਕੰਮ ਕਰਨਾ ਚਾਹੁੰਦਾ। ਬੇਰੁਜ਼ਗਾਰੀ ਨੇ ਮਨਰੇਗਾ ਦੀ ਇੰਪੋਰਟੈਂਸ ਹੋਰ ਵਧਾਈ ਹੈ। ਇਹਦਾ ਮਤਲਬ ਹੈ ਇਹਨੇ ਗ੍ਰਾਮ ਸਭਾ ਦੀ ਇੰਪੋਰਟੈਂਸ ਹੋਰ ਵਧਾ ਦਿੱਤੀ। ਬਿਲਕੁਲ। ਉਹ ਬੰਦੇ ਇਸ ਕਰਕੇ ਨੇ, ਤੁਸੀਂ ਜਾ ਕੇ ਦੇਖੋ, ਮੈਨੂੰ ਨਹੀਂ ਸਮਝ ਆਉਂਦੀ ਹੈ ਕਿਵੇਂ ਜਾਂ ਕਿਸਾਨੀ ਵੀ ਆਪਦੇ ਆਪ ਚੋਂ ਕਿਵੇਂ ਨਹੀਂ, ਕਿਉਂ ਨਹੀਂ ਆਪਦੇ ਡਿਮਾਂਡ ਚਾਰਟਰ ਦਾ ਹਿੱਸਾ ਬਣਾਉਂਦੀ। ਔਰ 20 ਕੰਮ ਤਾਂ ਵਿਧਾਨ ਸਭਾ 'ਚ ਲਿਖ ਕੇ ਦਿੱਤੇ ਨੇ ਉਹਨਾਂ ਨੇ ਕਿ ਆਹ ਕੰਮ ਨੇ,
ਵੈਸੇ 28 ਕੰਮ ਨੇ ਜਿਹੜੇ ਇਸ ਪੈਸੇ ਨਾਲ ਕੀਤੇ ਜਾ ਸਕਦੇ ਨੇ, ਜਿਹੜੇ ਇਸ ਪੈਸੇ ਨਾਲ ਕੀਤੇ ਜਾ ਸਕਦੇ ਨੇ, ਆਪਦੇ ਖੇਤ 'ਚ ਕੀਤੇ ਜਾ ਸਕਦੇ ਨੇ। ਔਰ 28 ਕੰਮ ਨੇ ਵੈਸੇ, ਜਿਹੜਾ ਉਹਦੇ 'ਚ ਕਾਨੂੰਨ ਮੈਨੂੰ ਨਹੀਂ ਪਤਾ ਇਹਨਾਂ ਨੇ 20 ਕਿਉਂ ਦਿੱਤੇ ਨੇ। ਅਰਜ਼ੀ ਦੇਣੀ ਹੁੰਦੀ ਹੈ ਤੇ ਫਿਰ ਉਹ ਸਾਰਾ ਕੁਝ ਪਤਾ ਕਰੇਗਾ। ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਗ੍ਰਾਮ ਸਭਾ ਕੋਈ ਬੰਦਾ ਰੱਖ ਲਵੇ ਤੇ ਉਹ ਜੌਬ ਅਸਿਸਟੈਂਟ ਦੇ ਤੌਰ ਦੇ ਉੱਤੇ ਅਸਿਸਟੈਂਟ ਜੌਬ ਅਸਿਸਟੈਂਟ ਜਿਹਾ ਕੰਮ ਕਰੇ, ਅਰਜ਼ੀ ਵੀ ਲਿਖਵਾ ਦੇਵੇ, ਕੰਮ ਕਰਾ ਦਿਆ ਕਰੇ, ਰਜਿਸਟਰ ਮੇਨਟੇਨ ਕਰ ਲਓ, ਤਨਖਾਹ ਦੇ ਦਿਓ। ਕਾਨੂੰਨ ਤਾਂ ਇੱਥੋਂ ਤੱਕ ਜਾਂਦਾ। ਇਹ ਕਾਨੂੰਨ 'ਚ ਉਹਨੂੰ ਤਨਖਾਹ ਦੇ ਸਕਦੇ ਅਸੀਂ ਇਸ ਪੈਸੇ 'ਚੋਂ? ਬਿਲਕੁਲ ਜੀ, ਮੇਟ ਹੁੰਦਾ ਉਹਨਾਂ 'ਚੋਂ ਹੀ ਬਣਦਾ। ਵਿੱਚ ਪੜ੍ਹੇ ਲਿਖੇ ਬੰਦੇ ਨੂੰ ਨੌਕਰੀ ਮਿਲ ਸਕਦੀ ਇਸੇ ਪੈਸੇ 'ਚੋਂ? ਬਹੁਤ ਨੌਕਰੀਆਂ। ਇੱਕ ਤਾਂ ਮੇਟ ਹੈ, ਹਰ 200 ਜੌਬ ਕਾਰਡ ਪਿੱਛੇ ਇੱਕ ਮੇਟ ਭਰਤੀ ਕਰਨਾ ਹੈ। ਓਕੇ, ਸਾਡੇ ਇੱਕ ਪਿੰਡ 'ਚ ਇੱਕ ਮੇਟ ਹੀ ਚੱਲ ਰਿਹਾ ਹਰ 200 ਜੌਬ ਕਾਰਡ ਪਿੱਛੇ। ਸੋ 13000 ਨੌਕਰੀਆਂ ਤੇ ਹੈਗੀਆਂ ਨੇ ਨਾ? ਨਾ 13 ਕਿਉਂ ਜੀ, 20 ਲੱਖ 21 ਲੱਖ ਦੇ ਮੁਕਾਬਲੇ 200 ਜੌਬ ਕਾਰਡ ਕਰਕੇ ਦੇ ਪਿੱਛੇ ਲੱਭ ਕੇ ਦੇਖੋ 40000 ਤੋਂ ਵੱਧ ਬਣਦਾ ਹੈ। 40000 ਨੌਕਰੀਆਂ ਜਿਹਦਾ ਪੈਸਾ ਸੈਂਟਰ ਤੋਂ ਆਣਾ, ਜਿਹਦਾ ਪੈਸਾ ਸੈਂਟਰ ਤੋਂ ਆਉਣਾ ਔਰ ਉਹ ਮਟੀਰੀਅਲ ਕਾਸਟ ਚੋਂ ਮਿਲਣਾ, ਸੈਮੀ ਸਕਿਲਡ ਵਰਕਰ ਦਾ। ਹਰ ਪਿੰਡ 'ਚ ਇੱਕ ਰੁਜ਼ਗਾਰ ਸਹਾਇਕ ਚਾਹੀਦਾ, ਵੱਡੇ ਪਿੰਡਾਂ 'ਚ 2, ਛੋਟੇ 'ਚ 1। ਓਕੇ, ਤੇ ਉਹ ਜੇ ਤੁਸੀਂ ਭਰਤੀ ਕਰੋਗੇ 13 14 15000 ਉਹ ਹੈ। ਤੇ ਹਰ 2500 ਜੌਬ ਕਾਰਡ ਦੇ ਪਿੱਛੇ 3 ਜੂਨੀਅਰ ਇੰਜੀਨੀਅਰ ਚਾਹੀਦੇ ਨੇ। ਜੂਨੀਅਰ ਇੰਜੀਨੀਅਰ ਚਾਹੀਦੇ ਜਿਹੜੇ ਉਹ ਕੰਮ ਦੇ ਪ੍ਰੋਜੈਕਟ ਬਣਾਉਣਗੇ, ਜਿਹੜੇ ਬਾਕੀ ਦੇ ਉਹ ਕਰਨਗੇ। ਓਕੇ, ਤੇ ਉਹਦੇ ਨਾਲ ਦੀ ਨਾਲ ਡਾਟਾ ਐਂਟਰੀ ਆਪਰੇਟਰ 'ਚ ਜਿੰਨੇ ਚਾਹੀਦੇ ਨੇ, ਫਿਰ ਜਿੰਨਾ ਕੰਮ ਵਧੂਗਾ ਉਹਦੇ ਨਾਲ ਉਹ ਲੱਗਣਗੇ, ਡਾਟਾ ਐਂਟਰੀ ਆਪਰੇਟਰ ਲੱਗਣਗੇ। 70 ਮੈਂ ਕੈਲਕੂਲੇਟ ਕੀਤਾ 70-75 ਬਣਦਾ ਲੇਬਰ ਤੋਂ ਇਲਾਵਾ। ਤੇ ਜਿਹਦਾ ਤਨਖਾਹ ਉਹਨਾਂ ਦੇ ਮਟੀਰੀਅਲ ਕਾਸਟ 'ਚੋਂ ਆਉਣਾ, ਤੁਹਾਡੇ ਤੇ ਬਾਕੀ ਨਹੀਂ ਲੱਗਦਾ। ਇੱਕ ਵਾਰੀ ਇਹ ਹੋ ਜਾਵੇ, ਨੇਤਾ ਤੇ ਬੜੀ ਦੂਰ ਤੱਕ ਸੋਚਦਾ, ਉਹਨੇ ਰਾਜ ਕਰਨਾ ਹੁੰਦਾ। ਆਪਾਂ ਗੱਲਾਂ ਕਰਦੇ ਆ, ਉਹ ਤੇ ਰਾਜ ਕਰਦਾ। ਨੇਤਾ ਨੂੰ ਇਹ ਪਤਾ ਕਿ ਜੇ ਇਹ ਗ੍ਰਾਮ ਸਭਾ 'ਚ ਹੋਣ ਲੱਗ ਜਾਵੇ, ਇਹ ਆਊਟਪੁੱਟ ਆਵੇ, ਤਾਂ ਇਮੀਡੀਏਟਲੀ ਡਿਮਾਂਡ ਹੋਏਗੀ, ਜੇ ਦੇਸ਼ ਦੇ ਬਾਕੀ ਹਿੱਸੇ 'ਚ ਹੁੰਦੀ ਹੈ, ਕਿ ਗ੍ਰਾਮ ਸਭਾ ਵਰਗੀ, ਮਨਰੇਗਾ ਵਰਗੀ ਇੱਕ ਸਕੀਮ ਸ਼ਹਿਰਾਂ ਲਈ ਵੀ ਲੈ ਕੇ ਆਓ। ਗ੍ਰਾਮ ਸਭਾ ਦੇ ਬਰਾਬਰ ਫਿਰ ਸ਼ਹਿਰਾਂ ਦੇ ਵਿੱਚ ਵੀ ਉਹ ਕੰਮ, ਅਰਬਨ ਪਾਵਰਟੀ ਨੂੰ ਤੁਸੀਂ ਕਿਸ ਤਰ੍ਹਾਂ, ਦੇयर ਸ਼ੁੱਡ ਬੀ ਅਰਬਨ ਮਨਰੇਗਾ, ਸ਼ਹਿਰੀ ਮਨਰੇਗਾ। ਰਾਜਸਥਾਨ ਨੇ ਕੀਤੀ ਹੈ ਕਿ ਆਪਦੇ ਵੱਲੋਂ ਸ਼ਹਿਰਾਂ ਲਈ ਮਨਰੇਗਾ, ਸ਼ਹਿਰਾਂ ਲਈ ਰਾਜਸਥਾਨ ਗਵਰਨਮੈਂਟ ਨੇ ਹੁਣ ਕੀਤੀ ਹੈ। ਸ਼ਹਿਰ ਵਾਲਿਆਂ ਨੂੰ ਤਾਂ ਇਸ ਲਈ ਰੌਲਾ ਪਾਉਣਾ ਚਾਹੀਦਾ ਵੀ ਉੱਥੇ ਕਰੋ, ਪਿੰਡਾਂ 'ਚ ਚੱਜ ਨਾਲ ਅਸੀਂ ਡਿਮਾਂਡ ਕਰੀਏ। ਡੀਸੈਂਟਰਲਾਈਜ਼ਡ ਡੈਮੋਕ੍ਰੇਸੀ ਕਿਸੇ ਦੇ ਏਜੰਡੇ 'ਚ ਨਹੀਂ ਹੈ। ਇਹ ਸਾਡੇ ਉੱਤੇ, ਕਿਉਂਕਿ ਸਾਡੇ ਉੱਤੇ ਓਵਰਆਲ ਇੰਟਰਨੈਸ਼ਨਲ ਪ੍ਰੈਸ਼ਰ ਸੀ, ਸਾਡੀ ਹਿਸਟਰੀ ਕਹਿੰਦੀ ਸੀ ਡੀਸੈਂਟਰਲਾਈਜੇਸ਼ਨ, ਤਾਂ ਸਰਕਾਰਾਂ ਨੇ ਪੋਲੀਟੀਕਲ ਟੈਕਟਿਕਸ ਦੇ ਤਹਿਤ ਇਹਨੂੰ ਲਿਆਂਦਾ। ਤੇ ਕਦੀ ਵੀ ਬਲਵੰਤ ਰਾਏ ਮਹਿਤਾ ਕਮੇਟੀ ਤੋਂ ਲੈ ਕੇ 73ਵੀਂ ਅਮੈਂਡਮੈਂਟ ਤੱਕ ਕਿਸੇ ਦੀ ਨੀਅਤ ਨਹੀਂ ਸੀ ਕਿ ਲੋਕਾਂ ਨੂੰ ਇਹੋ ਜਿਹਾ ਕੋਈ ਅਧਿਕਾਰ ਦਿੱਤਾ ਜਾਏ। ਅਸੀਂ ਤਾਂ ਇਹ ਵੀ ਤਾਂ ਮੰਨੀਏ ਨਾ ਕਿ ਲੋਕਾਂ ਨੇ ਉਹ ਲੜਾਈ ਨਹੀਂ ਲੜੀ, ਬਿਨਾਂ ਲੜਾਈ ਲੜੇ ਉਹਨਾਂ ਦੀ ਝੋਲੀ ਵਿੱਚ ਆ ਕੇ ਏਡੀ ਵੱਡੀ ਦਾਤ ਪੈ ਗਈ ਹੈ, ਤੇ ਉਹ ਸਮਝ ਨਹੀਂ ਆ ਰਹੀ ਵੀ ਇਹ ਕਿੱਡੀ ਵੱਡੀ ਚੀਜ਼ ਸਾਨੂੰ ਮਿਲ ਗਈ ਹੈ। ਸਰ, ਜਨਤਾ ਨੂੰ ਹਮੇਸ਼ਾ ਨਾਇਕ ਚਾਹੀਦਾ। ਨਾਇਕ ਹੀ ਲੋਕਾਂ ਨੂੰ ਦੱਸਦਾ ਕਿ ਕਿਹੜਾ ਰਾਹ ਉਹਨਾਂ ਲਈ ਸੁਖਾਲਾ। ਲੋਕਾਂ ਕੋਲੋਂ ਅਸੀਂ ਇਹੋ ਜਿਹੀ ਆਸ ਨਾ ਹੀ ਰੱਖੀਏ ਤੇ ਚੰਗੀ ਗੱਲ ਹੈ। ਲੋਕ ਗ੍ਰਾਮ ਸਭਾ ਨਾਇਕ ਤੇ 73ਵੀਂ 74ਵੀਂ ਸੋਧ ਹੈ। ਸਾਡੇ ਕਲਚਰ 'ਚ ਹੈ ਜਿਹੜਾ ਸਰਬੱਤ ਖਾਲਸੇ ਦਾ ਕਨਸੈਪਟ ਹੈ, ਬੈਠ ਕੇ ਸੰਵਾਦ ਦਾ ਕਨਸੈਪਟ ਹੈ। ਸੰਗਤ ਨੇ ਬੈਠਣਾ ਹੈ ਨਾ, ਸੰਗਤ ਨੇ ਬੈਠਣਾ। ਗ੍ਰਾਮ ਸਭਾ ਦੀ ਸੰਗਤ, ਔਰ ਉਹ ਨਾਇਕ ਤੋਂ ਵੱਡੀ ਹੈ, ਇੰਡੀਵਿਜੂਅਲ ਨਾਇਕ ਤੋਂ। ਨਾਇਕ ਦਾ ਰੋਲ ਹੁੰਦਾ ਸੰਗਤ ਵਿੱਚ 21 ਵਿਸਵੇ ਤੇ ਉਹ 20 ਵਿਸਵੇ ਦਾ ਜਿਹੜਾ ਕਨਸੈਪਟ ਹੈ ਸਾਡੇ। ਪਰ ਸਾਡੇ ਅਜੇ ਉਹ ਬੈਠਣਾ ਦਾ ਜਿਹੜਾ ਇੱਕ ਕਲਚਰ ਹੈ, ਅਸੀਂ ਉਹ ਵਿਕਸਿਤ ਨਹੀਂ ਕਰ ਪਾਏ। ਗ੍ਰਾਮ ਸਭਾ ਦੀ ਸੰਗਤ ਸੀ। ਇਹ ਤਾਂ ਸਿੱਖ ਆਰਗੇਨਾਈਜੇਸ਼ਨਸ ਨੂੰ ਜਿਹੜੀਆਂ ਆਪਣੇ ਆਪ ਨੂੰ ਕਹਦੀਆਂ ਨੇ ਕਿ ਅਸੀਂ ਲੋਕਾਂ ਦੇ ਭਲੇ ਲਈ, ਸਰਬੱਤ ਦੇ ਭਲੇ ਲਈ ਕੰਮ ਕਰਦੇ ਹਾਂ, ਉਹ ਕਿਉਂ ਨਹੀਂ ਲੜ ਪਈਆਂ? ਇਹ ਕਿਸੇ ਦਲ ਖਾਲਸਾ ਦਾ, ਕਿਸੇ ਰੈਡੀਕਲ ਸਿੱਖ ਕਨਸਟੀਚੁਐਂਸੀ ਦਾ ਮੁੱਦਾ ਕਿਉਂ ਨਹੀਂ ਹੈ? ਸਰ, ਉਹ ਵੀ ਇਤਿਹਾਸਕ ਤੌਰ ਦੇ ਉੱਤੇ ਅਸੀਂ ਚਾਹੇ ਸਰਬੱਤ ਖਾਲਸਾ ਦੀ ਗੱਲ ਕਰੀਏ, ਚਾਹੇ ਐਸੋ ਜੀ ਕਿਸੇ ਵੀ ਡੈਮੋਕ੍ਰੈਟਿਕ ਗੈਦਰਿੰਗ ਦੀ ਗੱਲ ਕਰੀਏ, ਉਹ ਸਾਡੇ ਸਟੇਟ ਦਾ ਨਾ ਸਟੇਟ ਨੂੰ ਸੂਟ ਕਰਦਾ, ਨਾ ਸਾਡੇ ਲੀਡਰਾਂ ਨੂੰ ਸੂਟ ਕਰਦਾ। 13000 ਪੰਚਾਇਤਾਂ, 85000 ਵਾਰਡ, 145 ਪੰਚਾਇਤ ਸਮਤੀਆਂ, 2500 ਦੇ ਆਸ-ਪਾਸ ਉਹਨਾਂ ਦੇ ਮੈਂਬਰ ਹੋ ਗਏ, 22 ਜ਼ਿਲ੍ਹਾ ਪ੍ਰੀਸ਼ਦਾਂ ਹੋ ਗਈਆਂ, 350 ਤਾਂ ਹੈਗੀਆਂ ਕਨਸਟੀਚੁਐਂਸੀਆਂ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਪੰਜਾਬ ਦੇ ਵਿੱਚ। ਸੋ 13000 ਪੰਚਾਇਤ, ਮਤਲਬ ਲਗਭਗ 1 ਲੱਖ ਡਾਇਰੈਕਟਲੀ ਇਲੈਕਟਡ ਬੰਦਾ ਹੋ ਗਿਆ। 50000 ਉਹਦੇ ਚੋਂ ਔਰਤਾਂ ਨੇ, 50000 ਡਾਇਰੈਕਟਲੀ ਇਲੈਕਟਡ ਔਰਤਾਂ, ਤੇ ਉਹਦੇ ਚੋਂ ਦਲਿਤ ਲੀਡਰਸ਼ਿਪ ਦੇਖੋ ਕਿੱਥੇ ਆਣੀ ਹੈ। ਕਰਨਾਟਕਾ ਦੇ ਵਿੱਚ ਸਟੇਟ ਦਾ 40% ਬਜਟ ਸਿੱਧਾ ਜਾਂਦਾ ਜ਼ਿਲ੍ਹਾ ਪ੍ਰੀਸ਼ਦਾਂ ਦੇ, ਉਹਨਾਂ ਦੇ ਹੱਥ। ਸਟੇਟ ਦਾ 40% ਡਿਪਟੀ ਕਮਿਸ਼ਨਰ ਕੋਈ ਨਹੀਂ ਲੱਗਣਾ ਚਾਹੁੰਦਾ ਜ਼ਿਲ੍ਹਾ ਪ੍ਰੀਸ਼ਦ ਦਾ, ਸੀਓ ਦੇ ਲਈ, ਕਿਉਂਕਿ ਪਾਵਰ ਸਾਰੀ ਥੱਲੇ ਜ਼ਿਲ੍ਹਾ ਪ੍ਰੀਸ਼ਦ, ਕਿਉਂਕਿ ਪਾਵਰ ਉੱਥੇ ਚਲੀ ਗਈ। ਤੇ ਕੇਰਲਾ ਦੇ ਵਿੱਚ 23% ਜਾਂਦਾ ਸਿੱਧਾ। ਸਾਡੇ ਪਿਛਲੇ 13 ਸਾਲ 'ਚ, ਪਿਛਲੇ ਸਾਲ 7 ਕਰੋੜ ਰੁਪਈਆ ਮਿਲਿਆ, ਉਹ ਵੀ ਲੋਕਲ ਬਾਡੀ ਨੂੰ। ਪਿੰਡਾਂ ਨੂੰ ਸਟੇਟ ਦੇ ਬਜਟ ਤੋਂ ਇੱਕ ਨਵਾਂ ਪੈਸਾ ਨਹੀਂ, ਐਤਕੀ 4116 ਕਰੋੜ ਰੱਖੇ ਨੇ ਕੇਵਲ, ਤੇ ਟੋਟਲ ਸ਼ਹਿਰ ਤੇ ਪਿੰਡਾਂ ਲਈ। ਉਹ ਚੋਂ ਵੀ ਜਿਹੜੇ ਰਿਲੀਜ਼ ਹੋਣਗੇ ਮੈਨੂੰ ਲੱਗਦਾ ਸ਼ਾਇਦ 10 ਪੈਸੇ ਵੀ ਨਾ ਹੋਣ। ਤੇ ਪਿੰਡਾਂ ਦਾ ਜੇ ਕੰਮ ਚੱਲਦਾ, ਜਿਹੜੀਆਂ ਗਲੀਆਂ ਨਾਲੀਆਂ ਬਣਦੀਆਂ ਨੇ, ਉਹ ਮਨਰੇਗਾ ਦੇ ਮਟੀਰੀਅਲ ਕਾਸਟ ਤੋਂ ਇੰਟਰਲੌਕ ਲੱਗ ਰਹੀ ਹੈ, ਜਾਂ 15ਵੇਂ ਫਾਈਨਾਂਸ ਕਮਿਸ਼ਨ ਤੋਂ। ਸਾਡੇ ਬਜਟ ਤੋਂ ਤਾਂ ਪੈਸੇ ਦਿਖਾ ਦਿਓ ਕੋਈ ਜਾਂਦਾ ਹੋਵੇ। 25 ਸਾਲ ਪੁਰਾਣੀ ਗੱਲ ਹੈ, ਮੈਂ ਤੁਹਾਨੂੰ ਤਾਂ ਸੁਣਾਉਣ ਲੱਗਾ, ਤੁਸੀਂ ਦਲਿਤ ਅਸਰਸ਼ਨ ਦੇ ਉੱਤੇ ਕੰਮ ਕਰਦੇ ਹੋ। 25 ਸਾਲ ਪੁਰਾਣੀ ਗੱਲ ਹੈ, 1997 ਦੇ ਵਿੱਚ 25 ਜੂਨ ਦੇ ਦਿਨ ਮਦੁਰਾਈ, ਤਾਮਿਲਨਾਡੂ ਨੇ ਤਾਂ ਐਂਟੀ ਬ੍ਰਾਹਮਣ ਪੋਲਿਟਿਕਸ ਬਹੁਤ ਦੇਖੀ ਹੈ, ਦ੍ਰਾਵਿਡੀਅਨ ਮੂਵਮੈਂਟ ਦੇਖੀ ਹੈ, ਸਾਰੀਆਂ ਦ੍ਰਾਵਿਡੀਅਨ ਪਾਰਟੀਆਂ ਨੇ ਉੱਥੇ ਬਣ ਰਹੇ। ਇਹ ਕਾਨੂੰਨ ਆ ਗਿਆ ਜੀ ਪੰਚਾਇਤੀ ਰਾਜ ਦਾ। ਪੰਚਾਇਤੀ ਰਾਜ ਦਾ ਕਾਨੂੰਨ ਇਹ ਕਹਿੰਦਾ ਹੈ ਵੀ ਫਲਾਣੇ ਪਿੰਡ ਦੀ ਜਿਹੜੀ ਸੀਟ ਹੈ ਉਹ ਰਿਜ਼ਰਵ ਕਰ ਦਿੱਤੀ ਗਈ ਹੈ ਸ਼ੈਡਿਊਲਡ ਕਾਸਟ ਲਈ, ਕਿਉਂਕਿ ਉੱਥੇ ਤਾਮਿਲਨਾਡੂ ਪੰਚਾਇਤੀ ਐਕਟ ਆ ਗਿਆ। ਤੇ ਉੱਥੇ ਪਿੰਡ ਸੀਗਾ ਮੇਲਾ ਬਲਾਵੂ, ਤੇ KR ਨਾਰਾਇਣਨ
ਰਾਸ਼ਟਰਪਤੀ ਸੀ ਦੇਸ਼ ਦੇ। ਮੇਲਾ ਵਲਾਲੂ ਨੇ ਜਿਹੜਾ ਤੁਸੀਂ ਕਿਹਾ ਵੀ ਪਿੰਡ 'ਚ ਫਿਰ ਚੌਧਰੀ ਪੰਚਾਇਤ ਕਰਦੇ ਹੁੰਦੇ ਨੇ, ਚੌਧਰੀਆਂ ਨੇ ਕੀਤੀ ਪੰਚਾਇਤ। ਉਹ ਕਹਿੰਦੇ ਦੇਸ਼ ਦਾ ਰਾਸ਼ਟਰਪਤੀ ਦਲਿਤ ਬਣ ਜੇ ਮੇਲਾ ਵਲਾਲੂ ਦਾ ਨਹੀਂ ਅਸੀਂ ਬਣਨ ਦੇਣਾ। ਉਹਨੂੰ ਜਦ ਸੀਟ ਰਿਜ਼ਰਵਡ ਸੀ ਤੇ ਉਹ ਬਣ ਗਏ। ਜਦੋਂ ਬਣ ਗਏ ਤੇ ਉਹਨਾਂ ਨੇ ਤੇ ਕਿਹਾ ਸੀ ਨਹੀਂ ਬਣਨ ਦੇਣਾ। ਉਹਨਾਂ ਨੇ ਫਿਰ ਅਰੇਂਜਮੈਂਟ ਕਰ ਦਿੱਤਾ ਵੀ ਨਾ ਮਰੇ। ਉਹਨਾਂ ਨੇ 7 ਬੰਦੇ, ਸਰਪੰਚ ਸਾਹਿਬ, ਡਿਪਟੀ ਸਰਪੰਚ ਸਾਹਿਬ ਸਮੇਤ ਸਾਰੇ ਕਤਲ ਕਰ ਦਿੱਤੇ। ਤੇ ਉਹ ਜਿਹੜਾ ਓਕੇਜਨ ਆ, ਉਹ ਜਿਹੜੀ ਟ੍ਰੈਜਡੀ ਹੈ, ਉਹਦੇ 25 ਸਾਲ ਪੂਰੇ ਹੋਏ ਨੇ ਤੇ ਸਾਰਾ ਤਾਮਿਲਨਾਡੂ, ਸਾਰੀਆਂ ਤਾਮਿਲਨਾਡੂ ਦੀਆਂ ਅਖਬਾਰਾਂ ਇਹਨਾਂ ਆਰਟੀਕਲਸ ਦੇ ਨਾਲ ਭਰੀਆਂ ਪਈਆਂ ਨੇ। ਉੱਥੇ ਚਰਚਾ ਹੈ ਦਲਿਤ ਅਸਰਸ਼ਨ ਲਈ ਇਹ ਕਿੰਨੀ ਜ਼ਰੂਰੀ ਸੀ। ਜਦੋਂ ਭਗਵੰਤ ਮਾਨ ਹਰੀ ਆਏ ਸੀ, ਉਹਨਾਂ ਦੀ ਇੱਕ ਬੜੀ ਪਿਆਰੀ ਲੱਗੀ ਸੀ। ਉਹ ਕਹਿੰਦੇ ਹੁਣ ਮੇਰੀ ਸਰਕਾਰ ਪਿੰਡਾਂ 'ਚੋਂ ਚੱਲਿਆ ਕਰੂਗੀ। ਹੁਣ ਲੋਕਾਂ ਨੂੰ ਇਹ ਸਮਝਾਉਣਾ ਪਏਗਾ ਵੀ ਪਿੰਡਾਂ 'ਚੋਂ ਸਰਕਾਰ ਕਿਵੇਂ ਚੱਲੂਗੀ। ਜੇ ਤੁਸੀਂ ਗ੍ਰਾਮ ਸਭਾ ਨਹੀਂ ਕਰੋਗੇ ਤੇ ਫਿਰ ਪਿੰਡਾਂ 'ਚੋਂ ਸਰਕਾਰ ਨਹੀਂ ਚੱਲਣੀ। ਫਿਰ ਸਰਕਾਰ ਹੀ ਜਿਹੜੀ ਆ ਉਹ ਸੈਕਟਰੀਏਟ 'ਚੋਂ ਚੰਡੀਗੜ੍ਹ ਦੀ ਚੱਲਿਆ ਕਰੇਗੀ। ਜੇ ਪਿੰਡਾਂ 'ਚੋਂ ਚੱਲਣੀ ਹੈ ਤਾਂ ਇੱਕੋ ਹੀ ਤਰੀਕਾ। ਸਰਕਾਰ ਹੁਣ ਸੈਕਟਰੀਏਟ 'ਚੋਂ ਵੀ ਨਹੀਂ ਚੱਲਦੀ, ਹਾਂ, ਉਹ ਘਰ 'ਚੋਂ ਹੀ ਚੱਲਦੀ। ਸਰਕਾਰ ਹੁਣ ਘਰਾਂ 'ਚੋਂ ਹੀ ਚੱਲਦੀ ਹੁਣ ਉਹ ਆਲੇ ਦੁਆਲੇ ਪਿੰਡਾਂ 'ਚੋਂ ਸਰਕਾਰ ਚੱਲਣੀ ਹੈ ਤੇ ਗ੍ਰਾਮ ਸਭਾ ਬਾਰੇ ਜਾਣੋ, ਮਨਰੇਗਾ ਬਾਰੇ ਜਾਣੋ। ਇਸ ਚਰਚਾ ਨੂੰ ਆਪਣੇ ਘਰਾਂ ਤੱਕ, ਆਪਣੀਆਂ ਬੈਠਕਾਂ ਤੱਕ, ਪਿੰਡ ਦੀ ਸੱਥ ਤੱਕ ਲੈ ਜਾਓ ਤੇ ਹਰ ਪਿੰਡ ਦੇ ਵਿੱਚ ਕੋਸ਼ਿਸ਼ ਕਰੋ ਇਹ ਪੁਆੜਾ ਪੈ ਹੀ ਜਾਵੇ। ਕੁਝ ਲੜਾਈਆਂ ਇਸ ਲਈ ਚੰਗੀਆਂ ਹੀ ਹੁੰਦੀਆਂ ਨੇ, ਉਹ ਲੜਨੀਆਂ ਹੀ ਚਾਹੀਦੀਆਂ ਨੇ। ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰਾਖਾ।